ਦੁਨੀਆ 'ਚ 5 ਵੱਡੀਆਂ ਥਾਵਾਂ ਨੇ, ਉਹਨਾਂ 'ਚ ਪੰਜਾਬ ਇੱਕ ਹੈ। ਤਾਂ 100 ਸਾਲਾਂ ਬਾਅਦ ਦੁਨੀਆ 'ਚ ਬਹੁਤ ਥੋੜ੍ਹੀਆਂ ਥਾਵਾਂ 'ਤੇ ਅਨਾਜ ਹੁੰਦਾ ਰਹੂਗਾ, ਗਰਮੀ ਬਹੁਤ ਵੱਧ ਜਾਊਗੀ। ਤਾਂ ਉਸ ਹਿਸਾਬ ਨਾਲ ਪੰਜਾਬ ਉਹ ਥਾਂ ਹੈ ਜਿਹੜੀ ਦੁਨੀਆ ਦਾ ਹਰੇਕ ਤਕੜਾ ਬੰਦਾ ਚਾਹੁੰਦਾ ਹੈ ਕਿ ਮੇਰਾ ਕਬਜ਼ਾ ਹੋਵੇ। ਉਹਨਾਂ ਨੂੰ ਪਤਾ ਹੈ ਕਿ ਪਹਿਲਾਂ 1000 ਸਾਲ ਇਹਨਾਂ ਨੇ ਲਹੂ ਡੋਲਿਆ, ਧਰਤੀ ਨਹੀਂ ਛੱਡੀ। ਜੇ 4 ਰੁਪਈਆਂ ਬਦਲੇ ਛੱਡ ਜਾਣ, ਐਦੋਂ ਸਸਤਾ ਕੀ ਹੈ? ਰੁਪਈਏ ਤਾਂ ਸਰਕਾਰ ਹੀ ਛਾਪਦੀ ਹੈ ਨਾ, ਹੋਰ ਛਾਪ ਲੂਗੀ। ਸਾਡੇ ਜਵਾਕਾਂ ਨੂੰ ਬਾਹਰ ਆਈ ਨਹੀਂ ਮਿਲੀ ਜਾਂਦੀ, PR ਮਿਲ ਗਈ, ਗ੍ਰੀਨ ਕਾਰਡ ਮਿਲ ਗਿਆ। ਅਸੀਂ 2 ਵਾਰੀ ਜੰਮੇ ਹਾਂ? ਨਹੀਂ, ਉਹਨਾਂ ਨੇ ਇਹ ਧਰਤੀ ਛਡਾਉਣੀ ਹੈ। ਸਾਡੇ ਬੰਦਿਆਂ ਨੂੰ ਉੱਥੇ PR ਦੇਣੀ ਸਭ ਤੋਂ ਸਸਤੀ ਹੈ ਉਹਨਾਂ ਵਾਸਤੇ। ਉਹ ਬਰਫਾਂ 'ਚ ਭੱਠੀ 'ਚ ਪਕਾਉਣਗੇ, ਆਪੇ ਮਰ ਜਾਣਗੇ। 2 ਸਾਲਾਂ ਬਾਅਦ ਸਾਡੇ ਸਾਰਿਆਂ ਜਵਾਕ ਅੰਗਰੇਜ਼ੀ ਬੋਲਣਗੇ। ਸਾਡੀ ਗਿਣਤੀ ਵੀ ਖਤਮ, ਸਾਡਾ ਕਬਜ਼ਾ ਵੀ ਖਤਮ, ਸਾਡੀ ਪਛਾਣ ਵੀ ਖਤਮ। ਤਾਂ ਹੁਣ ਜੋ ਦੁਨੀਆ ਦਾ ਵਪਾਰ ਹੈ, ਜੋ ਦੁਨੀਆ ਦੀ ਰਾਜਨੀਤੀ ਹੈ, ਉਹ ਸਾਰੀ ਧਰਤੀ ਨੂੰ ਇੱਕ ਵਾਰੀ ਦੁਬਾਰੇ ਤੋਂ ਸਿੱਧਾ ਕਰਨ ਲੱਗੀ ਹੋਈ ਹੈ ਕਿ ਜਿੱਥੇ ਜੋ ਵਧੀਆ ਉਗਦਾ ਹੈ ਉਹਨੂੰ ਨੱਪ ਲਓ। ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ ਜੀ। ਗੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੈਂ ਬੇਨਤੀ ਕਰਨੀ ਉਹਦੇ 'ਚ ਦੋ ਹੀ ਪੱਖ ਹੈ ਜਿਹੜੇ ਪੂਰੀ ਵੱਡੀ ਗੱਲ 'ਚੋਂ, ਉਹਨਾਂ ਬਾਬਤ ਕਰਨੀ ਹੈ। ਕਿਉਂਕਿ ਇੱਕ ਸਮੇਂ 'ਤੇ ਇੱਕ ਥਾਂ 'ਤੇ ਇੱਕ ਵੇਲੇ ਜੇ ਇੰਨੀ ਗੱਲ ਵੀ ਹੋ ਜੇ ਤਾਂ ਉਹ ਕਾਫੀ ਹੈ। ਜਿਹੜਾ ਸਾਡਾ ਪਿੰਡਾਂ ਦਾ ਜੀਵਨ ਹੈ, ਉਹਦੇ 'ਚ ਜਿਵੇਂ ਦਾ ਇੱਕ ਜੀਵਨ ਦਾ ਜਿਹੜਾ ਵਹਿਣ ਹੈ, ਉਹ ਜਿਹੜੇ ਸਾਡੇ ਸੱਜਣ 40 ਸਾਲ ਜਾਂ ਉਦੋਂ ਉੱਪਰ ਨੇ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਪਿਛਲੇ 15-20 ਸਾਲਾਂ 'ਚ ਪਹਿਲਾਂ ਨਾਲੋਂ ਵੱਡਾ ਫਰਕ ਪੈ ਗਿਆ। ਤਾਂ ਜਿਹੜੀ ਆਪਾਂ ਬੇਨਤੀ ਕਰਨੀ ਹੈ ਉਹ ਇਸ ਫਰਕ ਦੇ ਹਵਾਲੇ ਨਾਲ, ਉਹਦੇ ਪ੍ਰਸੰਗ ਉਹਦੀ ਮੁਤੱਲਕ ਕਰਨੀ ਹੈ, ਤਾਂ ਕਿ ਆਪਣੀ ਜਿਹੜੀ ਗੱਲ ਹੈ, ਉਹਦਾ ਜਿਹੜਾ ਪੱਖ ਮੈਂ ਕਹਿਣਾ ਚਾਹੁੰਦਾ ਉਹ ਥੋੜ੍ਹਾ ਜਿਹਾ ਸਾਫ਼ ਹੋ ਜਾਵੇ ਵੀ ਅਸਲ ਕੀ ਗੱਲ ਕਰਨੀ ਚਾਹੁੰਦੇ ਆਪਾਂ। ਸਾਡੇ ਕੋਲੇ ਆਪਦੇ ਘਰਾਂ ਤੋਂ ਬਾਹਰ 4 ਥਾਵਾਂ ਨੇ ਜਿੱਥੋਂ ਸਾਨੂੰ ਕੁਝ ਮਿਲਦਾ, ਸਮਝ ਵਜੋਂ, ਗਿਆਨ ਵਜੋਂ। ਸਭ ਤੋਂ ਪੁਰਾਣਾ ਸਾਡੇ ਕੋਲੇ ਥਾਂ ਹੈ ਉਹ ਗੁਰੂ ਘਰ ਹੈ ਜਾਂ ਕੋਈ ਡੇਰਾ ਹੈ, ਜਿੱਥੋਂ ਸਾਡੇ ਦਾਦੇ ਪੜਦਾਦਿਆਂ ਤੋਂ ਜਾਂ ਉਦੋਂ ਵੀ ਪਿੱਛੋਂ ਤੋਂ ਸਾਡੇ ਲੋਕਾਂ ਨੂੰ ਕੁਝ ਮਿਲਦਾ ਹੈ, ਸਿੱਖਣ ਦਾ, ਸਮਝਣ ਦਾ। ਉਦੋਂ ਬਾਅਦ ਦੂਜੀ ਥਾਂ ਹੈ ਉਹ ਸੱਥਾਂ ਨੇ ਜਾਂ ਫਲੇ ਨੇ, ਖੁੰਡ ਚਰਚਾ ਹੈ, ਜਿੱਥੇ ਲੋਕ ਬਹਿੰਦੇ ਹੈ। ਪੁਰਾਣੇ ਕੋਈ ਬਜ਼ੁਰਗ ਬੈਠੇ ਹੁੰਦੇ ਆ, ਜਾ ਕੇ ਚੜ੍ਹਦੀ ਉਮਰ ਦੇ ਜਵਾਕ ਜਾਂ ਵਿਹਲੇ ਬੰਦੇ ਉੱਥੇ ਬਹਿ ਜਾਂਦੇ ਆ ਵੀ ਚਲੋ ਕੋਈ ਗੱਲ ਕਰਾਂਗੇ, ਕੋਈ ਸੁਣਾਂਗੇ। ਤਾਂ ਦੁਨੀਆ 'ਚ, ਪਿੰਡਾਂ ਦੀ ਦੁਨੀਆ 'ਚ ਇਹ ਦੂਜਾ ਤਰੀਕਾ ਹੈ ਜਿਹੜਾ ਗੁਰੂ ਸਾਹਿਬ ਦੇ ਵੇਲੇ ਤੋਂ ਵੀ ਪਹਿਲਾਂ ਤੋਂ ਚੱਲਿਆ ਆਉਂਦਾ ਵੀ ਲੋਕਾਂ ਨੂੰ ਜਿੱਥੋਂ ਕੁਝ ਸੁਣਨ ਸੁਣਨ ਨੂੰ ਮਿਲਦਾ। ਤਾਂ ਤੀਜਾ ਤਰੀਕਾ ਜਿਹੜਾ ਸਾਡੇ ਕੋਲ ਉਹ ਜ਼ਿਆਦਾ ਵੱਖਰੇ ਰੂਪ 'ਚ ਅੰਗਰੇਜ਼ਾਂ ਦੇ ਵੇਲੇ ਤੋਂ ਆਇਆ, ਜਿਨ੍ਹਾਂ ਨੂੰ ਆਪਾਂ ਸਕੂਲ ਕਹਿੰਦੇ ਹਾਂ। ਪਹਿਲਾਂ ਜਿਹੜੀ ਪੜ੍ਹਾਈ ਸੀ ਉਹ ਡੇਰਿਆਂ 'ਚ ਹੀ ਸੀ ਜਾਂ ਗੁਰਦੁਆਰਿਆਂ 'ਚ ਹੀ ਸੀ। ਤਾਂ ਇਹ ਹੁਣ ਜਿਹੜਾ ਤੀਜਾ ਤਰੀਕਾ ਆਇਆ, ਇਹਦਾ ਸਾਡੇ 'ਤੇ ਬਹੁਤ ਜ਼ਿਆਦਾ ਅਸਰ ਹੈ। ਇਹਦਾ ਅਸਰ ਕਿਵੇਂ ਆਪਾਂ ਦੀ ਗੱਲ ਅੱਗੇ ਕਰਾਂਗੇ। ਸਾਡੇ ਕੋਲ ਜਿਹੜਾ ਗਿਆਨ ਅਤੇ ਸੂਚਨਾ ਦਾ ਇੱਕ ਅਗਲਾ ਤਰੀਕਾ ਆਇਆ, ਉਹ ਸੀ ਅਖਬਾਰ ਅਤੇ ਰੇਡੀਓ। ਜਿਨ੍ਹਾਂ ਨੂੰ 1947 ਬਾਰੇ ਪਤਾ ਹੈ ਉਹ ਦੱਸ ਸਕਦੇ ਨੇ।
ਕਿ ਸਾਡੇ ਪੁਰਖੇ ਜਿਹੜੇ ਤਲਵਾਰਾਂ ਲੈ ਲੈ ਕੇ ਮੁਗਲਾਂ ਨਾਲ ਲੜਦੇ ਰਹੇ ਇੱਥੇ, ਉਹ ਇੱਕ ਅਖਬਾਰ 'ਚ ਖਬਰ ਆਈ ਕਿ ਪਾਕਿਸਤਾਨ ਬਣ ਗਿਆ ਅਤੇ ਸਿੱਖ ਹੁਣ ਇੱਧਰ ਜਾਣਗੇ। ਉਹ ਖਬਰ ਦੇ ਲਿਖੇ ਨੂੰ ਸੱਤ ਕਰਕੇ ਸਾਡੇ ਬੰਦੇ ਉੱਥੋਂ ਆਪਦੀ ਜ਼ਮੀਨ, ਆਪਦੇ ਘਰ, ਆਪਦੇ ਧੀਆਂ ਪੁੱਤ ਛੱਡ ਕੇ ਤੁਰ ਗਏ, ਉੱਧਰੋਂ ਇੱਧਰ, ਇੱਧਰੋਂ ਉੱਧਰ। ਕਿਸੇ ਨੇ ਰੇਡੀਓ ਦੀ ਖਬਰ ਸੁਣੀ ਸੀ, ਕਿਸੇ ਨੇ ਅਖਬਾਰ 'ਚੋਂ ਪੜ੍ਹੀ ਸੀ। ਤਾਂ ਇਹ ਜਿਹੜੀ ਚੌਥਾ ਰਾਹ ਸੀ, ਇਹਦਾ ਸਾਡੀ ਜ਼ਿੰਦਗੀ 'ਤੇ ਪਿੰਡਾਂ 'ਚ ਸਭ ਤੋਂ ਵੱਧ ਅਸਰ ਪਿਆ ਹੈ ਪਹਿਲੇ ਸਾਰੇ ਤਰੀਕਿਆਂ ਨਾਲੋਂ, ਗੁਰਦੁਆਰੇ ਡੇਰਿਆਂ ਨਾਲੋਂ ਵੀ, ਸੱਥਾਂ ਅਤੇ ਖੁੰਡਾਂ ਦੀ ਚਰਚਾ ਨਾਲੋਂ ਵੀ, ਅਤੇ ਸਕੂਲਾਂ ਨਾਲੋਂ ਵੀ। ਕਾਰਨ ਇਹ ਸੀ ਕਿ ਡੇਰੇ ਗੁਰਦੁਆਰੇ ਪਿੰਡ ਦੇ ਸਾਰੇ ਲੋਕ ਨਹੀਂ ਜਾਂਦੇ, ਸੱਥ 'ਚ ਵੀ ਪਿੰਡ ਦੇ ਸਾਰੇ ਲੋਕ ਨਹੀਂ ਬਹਿੰਦੇ, ਸਕੂਲ ਵੀ ਪਹਿਲਾਂ ਸਾਰੇ ਲੋਕ ਪੜ੍ਹਨ ਨਹੀਂ ਸੀ ਜਾਂਦੇ। ਪਰ ਜਦੋਂ ਅਖਬਾਰ ਘਰਾਂ 'ਚ ਆਉਣ ਲੱਗਿਆ ਤਾਂ ਘਰਾਂ 'ਚ ਪੜ੍ਹਦਾ ਭਾਵੇਂ ਇੱਕ ਬੰਦਾ ਸੀ, ਪਰ ਉਹ ਖਬਰ ਸਾਰਿਆਂ ਨੂੰ ਸੁਣਾਉਂਦਾ ਸੀ, ਘਰ ਦੀਆਂ ਔਰਤਾਂ ਨੂੰ ਵੀ, ਬੱਚਿਆਂ ਨੂੰ ਵੀ। ਜਦੋਂ ਰੇਡੀਓ ਆ ਗਿਆ ਤਾਂ ਉਹਦਾ ਅਸਰ ਹੋਰ ਵੱਧ ਹੋਇਆ। ਸਾਡੇ ਪਿੰਡਾਂ 'ਚ ਜਦੋਂ ਕਣਕ ਦੇ ਨਵੇਂ ਬੀਜ ਆਏ, ਜਦੋਂ ਸਪਰੇਆਂ ਪਹਿਲੀ ਵਾਰੀ ਆਈਆਂ, ਉਦੋਂ 20 ਸਾਲ ਪਹਿਲਾਂ ਰੇਡੀਓ ਦੇ ਸਟੇਸ਼ਨ ਚਲਾਏ ਸਰਕਾਰ ਨੇ। ਪਹਿਲਾਂ ਸਾਡੇ ਨਹਿਰਾਂ ਕੱਸੀਆਂ ਨਹੀਂ ਨਿਕਲੀਆਂ ਇੱਥੇ, ਪਹਿਲਾਂ ਨਵੇਂ ਬੀਜ ਵੀ ਨਹੀਂ ਆਏ। ਸਭ ਤੋਂ ਪਹਿਲਾਂ ਵਿਵਿਧ ਭਾਰਤੀ ਆਇਆ, ਜਦੋਂ ਇੰਦਰਾ ਗਾਂਧੀ ਪਹਿਲੀ ਵਾਰੀ ਮੰਤਰੀ ਬਣੀ। ਇਹ ਗੱਲ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਕਿ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹਦੀ ਗੱਲ ਦਾ ਪਿੱਛਾ ਸਮਝ ਆ ਜਾਏ ਕਿ ਕੀ ਕਰਨਾ ਚਾਹੁੰਦੇ ਹਾਂ। ਤਾਂ ਹੁਣ ਜੋ ਸਾਡੇ ਸਾਹਮਣੇ ਸਾਡੇ ਬੰਦਿਆਂ ਨੂੰ ਹੱਲ ਲੱਗਦਾ ਹੈ, ਉਹ ਇਹ ਲੱਗਦਾ ਹੈ ਕਿ ਸਾਨੂੰ ਜੋ ਮੁਸ਼ਕਿਲ ਆਈ ਹੈ ਉਹਦਾ ਹੱਲ ਸਰਕਾਰ ਕਰੇ। ਅਤੇ ਅਸੀਂ ਕੀ ਕਰ ਸਕਦੇ ਹਾਂ? ਅਸੀਂ ਪਰਚੀਆਂ ਪਾ ਕੇ ਸਰਕਾਰ ਬਣਾ ਸਕਦੇ ਹਾਂ, ਇਹਦੀ ਨਹੀਂ ਤਾਂ ਉਹਦੀ, ਉਹਦੀ ਨਹੀਂ ਤਾਂ ਉਹਦੀ। ਅਸੀਂ ਇੱਦਾਂ ਕਿਉਂ ਸੋਚਣ ਲੱਗ ਗਏ? ਅਸੀਂ ਤਾਂ ਸੋਚਣ ਲੱਗ ਗਏ ਕਿ ਹੁਣ ਗੁਰਦੁਆਰੇ ਡੇਰਿਓਂ ਵੀ, ਸੱਥ 'ਚੋਂ ਵੀ, ਸਕੂਲ 'ਚੋਂ ਵੀ ਸਾਡੇ ਪੱਲੇ ਉਹੀ ਜਾਣਕਾਰੀ ਪੈਂਦੀ ਹੈ ਜਿਹੜੀ ਅਖਬਾਰ ਰੇਡੀਓ 'ਚੋਂ ਪੈਂਦੀ ਹੈ। ਹੁਣ ਉਦੋਂ ਅੱਗੇ ਪਿਛਲੇ 20 ਸਾਲਾਂ 'ਚ ਜਿਹੜੀ ਪੰਜਵੀਂ ਚੀਜ਼ ਆ ਗਈ, ਉਹ ਤੁਹਾਡੇ ਸਾਰਿਆਂ ਦੇ ਜੇਬ 'ਚ ਹੈ। ਪਹਿਲੀਆਂ 4 ਚੀਜ਼ਾਂ ਦਾ, ਪਹਿਲੇ 4 ਕੇਂਦਰਾਂ ਦਾ, 4 ਤਰੀਕਿਆਂ ਦਾ ਜਿਹੜਾ ਸਾਡੇ 'ਤੇ ਅਸਰ ਪੈਂਦਾ ਸੀ, ਉਹ ਇੱਕ ਪਾਸੇ ਦਾ ਸੀ। ਉਹ ਇੱਦਾਂ ਇੱਕ ਪਾਸੇ ਦਾ ਸੀ ਕਿ ਅਸੀਂ ਗਏ ਹਾਂ, ਜਿੱਦਾਂ ਤੁਸੀਂ ਗੁਰਦੁਆਰੇ ਆਏ, ਮੈਂ ਬੋਲ ਰਿਹਾ, ਮੇਰੀ ਗੱਲ ਤੁਹਾਡੇ ਵੱਲ ਜਾ ਰਹੀ ਹੈ। ਤਾਂ ਪਹਿਲਾਂ 4 ਚੀਜ਼ਾਂ ਰਾਹੀਂ ਗੱਲ ਦੂਜੇ ਵੱਲ ਜਾਂਦੀ ਸੀ ਸੁਣਨ ਵਾਲੇ ਵਾਰੀ। ਜਦੋਂ ਇਹ ਸੰਦ ਸਾਡੇ ਹੱਥ 'ਚ ਆਇਆ ਤਾਂ ਹੁਣ ਸਾਡੇ ਵੱਲ ਗੱਲ ਆ ਨਹੀਂ ਰਹੀ, ਸਾਡੇ ਅੰਦਰੋਂ ਨਿਕਲ ਕੇ ਜਾ ਰਹੀ ਹੈ। ਹੁਣ ਜਿਨ੍ਹਾਂ ਨੇ ਇਹ ਬਣਾਏ ਨੇ ਉਹ ਕਹਿੰਦੇ ਆ ਲਿਖ ਕੇ ਕਿ ਜਿਹਦੇ ਹੱਥ 'ਚ ਇਹ ਸੰਦ ਹੈ ਉਹ ਬੰਦੇ ਨੂੰ ਅਸੀਂ ਇੰਨਾ ਜਾਣਦੇ ਹਾਂ ਕਿ ਜਿੰਨਾ ਮਾਂ ਆਪਦੇ ਪੁੱਤ ਨੂੰ ਨਹੀਂ ਜਾਣਦੀ, ਜਿੰਨਾ ਇੱਕ ਤੀਵੀਂ ਆਪਦੇ ਬੰਦੇ ਨੂੰ ਨਹੀਂ ਜਾਣਦੀ। ਉਹ ਕਹਿੰਦੇ ਨੇ ਕਿ ਜਿਹੜਾ ਬੰਦਾ 3 ਮਹੀਨੇ ਵਰਤਦਾ, ਅਸੀਂ ਉਹਨੂੰ ਹੋਰ ਕਿਸੇ ਨਾਲੋਂ ਵੀ, ਉਹਦੇ ਨਾਲ ਖੁਦ ਨਾਲੋਂ ਵੀ ਵੱਧ ਜਾਣਦੇ ਹਾਂ। ਅਤੇ ਇਹਦਾ ਇੱਕ ਨਮੂਨਾ ਇਹ ਹੈ ਕਿ ਪੰਜਾਬ ਜੋ ਹੁਣ ਸਰਕਾਰ ਬਣੀ ਹੈ ਉਹ ਇਹਦੇ ਨਾਲ ਬਣੀ ਹੈ। ਐਂ ਨਾ ਸਮਝੋ ਕਿ ਤੁਸੀਂ ਬਣਾਈ ਹੈ। 7 ਸਾਲ ਪਹਿਲਾਂ ਟਰੰਪ ਜਿੱਤਿਆ ਸੀ ਅਮਰੀਕਾ 'ਚ, ਉਹਦੇ ਬਾਰੇ ਸਬੂਤ ਸਾਹਮਣੇ ਆ ਗਏ ਨੇ, ਨੈੱਟ 'ਤੇ ਪਏ ਨੇ। ਜਿਨ੍ਹਾਂ ਨੇ ਬਣਾਈ ਸੀ ਉਹਨਾਂ ਨੇ ਮੰਨਿਆ ਕਿ ਅਸੀਂ 30 ਕਰੋੜ ਬੰਦਿਆਂ ਨੂੰ ਆਪਦਾ ਨਿਸ਼ਾਨਾ ਬਣਾਇਆ ਭੇਡਾਂ ਜਿਉਂ।
ਉਹਨਾਂ ਦੀ ਜ਼ਿੰਦਗੀ ਦੇ ਸਾਰੇ ਕੰਮਾਂ ਦੀ ਅਸੀਂ CID ਕੀਤੀ। ਹਰ ਬੰਦੇ ਦੀ 5000 ਵਾਰੀ CID ਕੀਤੀ। ਕੀ ਖਾਂਦਾ ਹੈ, ਕਿੰਨਾ ਖਾਂਦਾ ਹੈ, ਕਿਵੇਂ ਖਾਂਦਾ ਹੈ, ਕਿੱਥੋਂ ਖਾਂਦਾ ਹੈ, ਕਿੰਨੇ ਦਾ ਖਾਂਦਾ ਹੈ, ਹਰ ਚੀਜ਼ ਦਾ ਉੱਠਣ ਬੈਠਣ ਸੌਣ ਸੋਚਣ, ਕਿਹਨੂੰ ਮਿਲਦਾ ਹੈ, ਕਿੰਨਾ ਚਿਰ ਮਿਲਦਾ ਹੈ, ਕਿੱਥੇ ਮਿਲਦਾ ਹੈ, ਕਿਵੇਂ ਮਿਲਦਾ ਹੈ, ਜਿੰਨੀਆਂ ਗੱਲਾਂ ਤੁਸੀਂ ਸੋਚ ਸਕਦੇ ਹੋ ਉਦੋਂ ਦੁੱਗਣੀਆਂ ਤਿੱਗਣੀਆਂ ਗੱਲਾਂ ਦੇ ਉੱਤੇ ਉਹਨਾਂ ਨੇ ਅੰਦਾਜ਼ਾ ਲਾ ਕੇ ਬੰਦਿਆਂ ਨੂੰ ਆਪਣੀ ਮਰਜ਼ੀ ਨਾਲ ਮੋੜਿਆ। ਉਹਨਾਂ ਨੂੰ ਜਿਨ੍ਹਾਂ ਕੋਲ ਇਹ ਸੰਦ ਸੀ। ਇਹ ਮੈਂ ਤੁਹਾਨੂੰ ਗੱਲ ਤਾਂ ਸੁਣਾ ਰਿਹਾ ਕਿ ਸਾਨੂੰ ਅੰਦਾਜ਼ਾ ਹੋ ਜਾਏ ਕਿ ਸਾਨੂੰ ਜੋ ਲੱਗਦਾ ਕਿ ਮੈਂ ਸੋਚਦਾ, ਜਿਹੜੀ ਸੋਚ ਮੈਨੂੰ ਆ ਰਹੀ ਹੈ ਉਹ ਮੈਂ ਦੇ ਅੰਦਰੋਂ ਨਹੀਂ ਆ ਰਹੀ। ਗੁਰਬਾਣੀ ਬਾਕੀ ਦੁਨੀਆ ਦੇ ਧਰਮ ਸ਼ਾਸਤਰ ਇਹ ਕਹਿੰਦੇ ਨੇ ਕਿ ਬੰਦੇ ਦੇ ਅੰਦਰੋਂ ਜੇ ਕੁਛ ਆਏਗਾ, ਜੇ ਧੁਰ ਅੰਦਰੋਂ ਆਏਗਾ ਤਾਂ ਇੱਕੋ ਚੀਜ਼ ਆਊਗੀ। ਕੀ ਆਊ ਧੁਰ ਅੰਦਰੋਂ? ਸਾਡੇ ਰੱਬ ਦਾ ਨਾਂ। ਹੋਰ ਬੰਦੇ ਦੇ ਧੁਰ ਅੰਦਰ ਰੱਬ ਨੇ ਪਾ ਕੇ ਕੁਛ ਭੇਜਿਆ ਨਹੀਂ ਹੈ। ਜੋ ਬਾਣੀ ਕਹਿੰਦੀ ਹੈ ਕਿ ਰੋਜ਼ ਆਪਣਾ ਦਿਲ ਨੂੰ ਖੋਜੋ ਕਿ ਮਨ 'ਚ ਸਭ ਕੁਛ ਹੈ। ਇਹ ਮਨ ਕਰਮਾ, ਇਹ ਮਨ ਧਰਮਾ, ਠੀਕ ਹੈ। ਮਨ ਤੂੰ ਜੋਤ ਸਰੂਪ। ਜੇ ਸਾਡੇ ਅੰਦਰੋਂ ਕੁਝ ਆਉਂਦਾ ਹੋਵੇ ਤੇ ਉਹ ਇੱਕੋ ਹੀ ਆਉਣੀ ਹੈ, ਜਿੱਦੇ ਵੀ ਆਉਣੀ ਹੈ, ਉਹ ਰੱਬ ਦਾ ਨਾਂ ਆਉਣਾ। ਬਾਕੀ ਜੋ ਲੱਗਦਾ ਕਿ ਮੇਰੀ ਸੋਚ ਹੈ, ਮੈਂ ਸੋਚਦਾ, ਮਤ ਇਹ ਸੋਚਿਓ ਕਿ ਮੈਂ ਸੋਚਦਾ। ਉਹ ਸੋਚ ਕਿਸੇ ਹੋਰ ਨੇ ਸਾਡੇ ਅੰਦਰ ਪਾਈ ਹੈ, ਜਾਗਦਿਆਂ ਦੇ, ਸੁੱਤਿਆਂ ਦੇ, ਬੇਧਿਆਨਿਆਂ ਦੇ। ਹੁਣ ਮੈਂ ਆਪਣੀ ਗੱਲ 'ਤੇ ਆਉਣਾ ਇਹ ਭੂਮਿਕਾ ਬੰਨ੍ਹ ਕੇ ਕਿ ਇਹ ਜਿਹੜੇ ਮੈਂ 5 ਗੱਲਾਂ ਦੱਸੀਆਂ ਨੇ, ਕਿਉਂ ਦੱਸੀਆਂ ਨੇ ਕਿ ਅੱਜ ਜੋ ਸਾਨੂੰ ਲੱਗਦਾ ਹੈ ਵੀ ਹਾਲਾਤ ਹੈ, ਚਾਹੇ ਤੁਹਾਡੇ ਪਿੰਡ ਦੀ, ਚਾਹੇ ਸਾਡੇ ਸਾਰੇ ਜ਼ਿਲ੍ਹੇ ਦੀ, ਚਾਹੇ ਸਾਡੇ ਸਾਰੇ ਪੰਜਾਬ ਦੀ, ਚਾਹੇ ਸਾਡੇ ਸਾਰੇ ਲੋਕਾਂ ਦੀ ਜਿਹੜੇ ਅਮਰੀਕੇ ਕੈਨੇਡਾ ਭੱਜ ਗਏ ਜਹਾਜ਼ ਚੜ੍ਹ ਕੇ, ਅਤੇ ਚਾਹੇ ਸਾਰੀ ਧਰਤੀ ਜਿਹੜੇ ਬੰਦੇ ਰਹਿੰਦੇ ਆ, ਉਹ ਸਾਰੇ 2 ਗੱਲਾਂ ਕਰਕੇ ਇੱਕੋ ਜਿਹੇ ਨੇ। ਇੱਕ ਤਾਂ ਅਸੰਦ ਕਰਕੇ ਕਿ ਹਰੇਕ ਨੂੰ ਸੂਖਮ ਖੁਰਾਕ ਹੈ ਜਿਹੜੀ ਸ਼ਬਦ ਦੀ, ਉਹ ਇਹਦੇ ਰਾਹੀਂ ਮਿਲ ਰਹੀ ਹੈ। ਹੁਣ ਤਾਂ ਜਿਹੜਾ ਅਖਬਾਰ ਹੈ ਉਹ ਵੀ ਇਹਦੇ ਰਾਹੀਂ ਛਪਦਾ ਹੈ, ਜਿਹੜਾ TV ਹੈ ਉਹ ਵੀ ਇਹਦੇ ਰਾਹੀਂ ਚੱਲਦਾ, ਉਹ ਵੀ ਇਹੀ ਦੇਖਦੇ ਆ ਜੋ ਅਸੀਂ ਦੇਖਦੇ ਹਾਂ। ਤਾਂ ਦੂਜਾ, ਜਿਹੜੀ ਖੁਰਾਕ ਪਹਿਲਾਂ ਇਹ ਸੀ ਵੀ ਮਾਨਸਾ ਵਾਲੇ ਹੋਰ ਤਰ੍ਹਾਂ ਨਾਲ ਰੋਟੀ ਖਾਂਦੇ ਸੀ, ਜਲੰਧਰ ਵਾਲੇ ਹੋਰ ਤਰ੍ਹਾਂ ਦੀ ਖਾਂਦੇ ਸੀ। ਹੁਣ ਮਾਨਸਾ ਵਾਲੇ ਵੀ, ਮੁੰਬਈ ਵਾਲੇ ਵੀ ਅਤੇ ਮੈਨਹਟਨ ਵਾਲੇ ਵੀ, ਅਮਰੀਕੇ ਵਾਲੇ, ਸਾਰੇ ਥਾਂ ਦਾ ਉਹਨਾਂ ਹੀ ਭਾਈਆਂ ਦੀ, ਉਹਨਾਂ ਹੀ ਵਪਾਰੀਆਂ ਦੀ ਉਹੀ ਪੀਜ਼ਾ, ਉਹੀ ਬਰਗਰ, ਠੀਕ ਹੈ, ਉਹੀ ਹੈ, ਉਹੀ ਕੁਲਫੀਆਂ ਨੇ, ਉਹੀ ਝੁੱਗੇ ਨੇ। ਜਿਹੜੀ ਸਾਨੂੰ ਸਾਡੇ ਸਰੀਰ ਨੂੰ ਖੁਰਾਕ ਮਿਲਦੀ ਹੈ ਉਹ ਇੱਕੋ ਜਿਹੀ ਹੋਈ ਹੈ, ਜੋ ਸਾਡੇ ਮਨ ਨੂੰ ਖੁਰਾਕ ਮਿਲਦੀ ਹੈ ਉਹ ਇੱਕੋ ਜਿਹੀ ਹੋਈ ਹੈ। ਪਰ ਹਜੇ ਵੀ ਸਾਨੂੰ ਇਹ ਹੈ ਕਿ ਅਸੀਂ ਵੱਖਰੇ ਹਾਂ, ਵੀ ਅਸੀਂ ਮਾਲਵੇ ਦੇ ਜੰਮੇ ਜਾਏ ਹਾਂ, ਸਾਡਾ ਮਾਲਵਾ ਦੇਸ਼ ਹੈ, ਸਾਡਾ ਲੱਖੀ ਜੰਗਲ ਦੇਸ਼ ਹੈ, ਅਸੀਂ ਪੰਜਾਬ ਦੇ ਹਾਂ। ਹੁਣ ਇਹ ਗੱਲ ਹੈ ਜਿਹੜੀ ਇਹਨੂੰ ਸਾਨੂੰ ਇੱਕ ਪਰਖ ਕੇ ਦੇਖਣਾ ਪਊ ਕਿ ਅਸੀਂ ਜੋ ਸਮਝਦੇ ਹਾਂ ਵੀ ਅਸੀਂ ਉਹ ਹਾਂ, ਅਸੀਂ ਉਹ ਕਿੰਨੇ ਹਾਂ, ਇਹਦਾ ਪਤਾ ਇੱਕੋ ਗੱਲ ਤੋਂ ਅਸੀਂ ਲਾ ਸਕਦੇ ਹਾਂ, ਸਾਡੀ ਜਿਹੜੀ ਬੋਲੀ ਹੈ ਉਹ ਕਿੰਨੀ ਸਾਡੀ ਹੈ। ਜਿਹਦੇ ਦਾਦੇ ਨਾਨੇ ਜਿਉਂਦੇ ਨੇ ਉਹ ਆਪਦੇ ਆਪ ਨੂੰ ਮਿਲਾ ਕੇ ਦੇਖਿਓ। ਮੈਂ ਕਈ ਸਾਲ ਪਹਿਲਾਂ ਕਿਸੇ ਦੇ ਘਰ ਗਿਆ, ਉਹਨਾਂ ਦਾ 13-14 ਸਾਲ ਦਾ ਮੁੰਡਾ ਸੀਗਾ। ਉਹ ਮੈਨੂੰ ਕਹਿੰਦਾ ਜੀ ਲੰਚ ਕਰਕੇ ਜਾਇਓ। ਚਲੋ, ਇਹਨਾਂ ਨੂੰ ਉਹਦੀ ਮਾਂ ਆ ਗਈ, ਕਹਿੰਦੀ ਵੀ ਰੋਟੀ। ਮੈਂ ਨਹੀਂ, ਬਸ। ਮੈਂ ਬੂਹੇ ਤੋਂ ਬਾਹਰ ਨਿਕਲਿਆ ਤਾਂ ਉਹਦੀ ਦਾਦੀ ਬੈਠੀ ਉਹਨਾਂ ਦੀ, ਉਹ ਕਹਿੰਦੀ ਭਾਈ ਅੰਨ ਪਾਣੀ ਛੱਕ ਕੇ ਜਾਣਾ ਸੀ ਤੂੰ। ਹੁਣ ਇਹ ਅੰਨ ਪਾਣੀ, ਰੋਟੀ ਅਤੇ ਲੰਚ, 3 ਪੀੜ੍ਹੀਆਂ
ਅੱਡੋ ਵੱਡੀ ਦੀਆਂ। ਕੁਝ ਸਾਲ ਪਹਿਲਾਂ ਕੁਵੈਤ ਸਾਡੇ ਬੰਦੇ ਫਸੇ, ਜੇ ਤੁਹਾਨੂੰ ਯਾਦ ਹੋਵੇ ਤਾਂ, ਜਦੋਂ ਜੰਗ ਲੱਗੀ ਸੀ ਤਾਂ ਹਿਮਾਚਲ ਤੋਂ ਇੱਕ ਬੰਦਾ ਉੱਥੇ ਫਸ ਗਿਆ ਸੀ। ਉਹ ਜਦੋਂ ਉਹਦੀ ਖਬਰ ਆਈ, ਉਹਦੇ ਘਰ ਦੀ ਹਿੰਦੀ ਬੋਲੇ, ਉਹਦੀ ਮਾਂ ਪੰਜਾਬੀ ਬੋਲੇ। ਉਹ ਖਬਰ 'ਚ ਥੋੜ੍ਹਾ ਚਿਰ ਪਹਿਲਾਂ ਪੰਜਾਬ ਦਾ ਇੱਕ ਪੁਲਿਸ ਮੁਖੀ ਸੀਗਾ, ਉਹਦੀ ਕੁੜੀ ਜਦੋਂ DC ਬਣੀ ਤਾਂ ਉਹਨਾਂ ਨੇ TV 'ਤੇ ਦਿਖਾਇਆ ਖੁਸ਼ੀ ਕਰਦਿਆਂ ਨੂੰ, ਕੁੜੀ ਹਿੰਦੀ ਬੋਲੇ, ਉਹਦਾ ਪਿਓ ਪੰਜਾਬੀ ਬੋਲੇ। ਮੈਂ ਸਿਰਫ ਆਪਣੀ ਗੱਲ ਇੱਕ ਬੋਲੀ 'ਤੇ ਲੈ ਕੇ ਆਇਆ ਕਿ ਅਸੀਂ ਜੋ ਦੁਨੀਆ ਸਾਨੂੰ ਦਿਸਦੀ ਹੈ ਉਹ ਆਪਦੀਆਂ ਅੱਖਾਂ ਨਾਲ ਨਹੀਂ ਵੇਖਦੇ। ਜੋ ਸਾਨੂੰ ਸੁਣਦਾ ਹੈ ਅਸੀਂ ਉਹ ਆਪਦੇ ਕੰਨਾਂ ਨਾਲ ਵੀ ਨਹੀਂ ਸੁਣਦੇ। ਸਾਡੇ ਦਿਮਾਗ 'ਚ ਉਦੋਂ ਪਹਿਲਾਂ ਉਹਦਾ ਖਿਆਲ ਆਇਆ ਹੁੰਦਾ ਹੈ। ਜਿਹੜੀ ਚੀਜ਼ ਦਾ ਸਾਡੇ ਦਿਮਾਗ 'ਚ ਖਿਆਲ ਨਾ ਹੋਵੇ, ਜਦੋਂ ਅਸੀਂ ਉਹਨੂੰ ਵੇਖਦੇ ਹਾਂ ਤਾਂ ਤੁਸੀਂ ਧਿਆਨ ਕਰੋ, ਜਦੋਂ ਕੁੱਤਾ ਜਾਂ ਕੋਈ ਛੋਟਾ ਜਾਨਵਰ ਕੋਈ ਨਵੀਂ ਚੀਜ਼ ਵੇਖਦਾ ਤਾਂ ਉਹ ਕਿਵੇਂ ਕਰਦਾ? ਕੋਈ ਦੂਰੋਂ ਉਹਨੂੰ ਸੁੰਘਣ ਲੱਗ ਜਾਂਦਾ। ਮੈਂ ਦੇਖਿਆ ਕਿ ਪਿੰਡਾਂ 'ਚ ਜਦੋਂ ਪਹਿਲਾਂ ਵਾਰੀ ਬੰਦਿਆਂ ਨੂੰ ਮੋਬਾਈਲ ਦਿਖਾਏ ਤਾਂ ਉਹ ਹੱਥ 'ਤੇ ਧਰ ਕੇ ਨਾ ਦੂਰ ਕਰਕੇ ਐਂ ਦੇਖਦੇ ਸੀ ਉਹਨੂੰ ਵੀ ਕਿਤੇ ਚੱਲ ਨਾ ਜਾਵੇ ਇਹ। ਜਿਹੜੀ ਚੀਜ਼ ਦਾ ਸਾਡੇ ਦਿਮਾਗ 'ਚ ਵਿਚਾਰ ਨਹੀਂ ਹੈ, ਅਸੀਂ ਉਹਨੂੰ ਅੱਖਾਂ ਨਾਲ ਵੇਖ ਕੇ ਨਹੀਂ ਸਮਝ ਸਕਦੇ। ਜੇ ਤੁਹਾਨੂੰ ਮੈਂ ਇੱਥੇ ਕਹਾਂ ਕਿ ਤਿੰਗੜ ਪਿਕੜ ਤਾਕੜੇ ਤਿਕੜ ਤਿਕੜ ਤਾਕ, ਕੀ ਸਮਝੋਗੇ? ਜਿਹੜੀ ਬੋਲੀ ਮੈਂ ਬੋਲ ਰਿਹਾ ਉਹਦਾ ਵਿਚਾਰ ਤੁਹਾਡੇ ਦਿਮਾਗ 'ਚ ਆਇਆ ਹੀ ਨਹੀਂ ਹੈ, ਮੈਂ ਬੋਲੀ ਜਾਵਾਂ, ਉਹ ਤੁਹਾਨੂੰ ਸਮਝ ਨਹੀਂ ਆਉਣੀ। ਤਾਂ ਸਾਡੇ ਕੰਨ ਉਹੀ ਸੁਣਦੇ ਆ ਜੋ ਪਹਿਲਾਂ ਦਿਮਾਗ 'ਚ ਪਿਆ, ਅੱਖਾਂ ਉਹੀ ਵੇਖਦੀਆਂ ਜੋ ਪਹਿਲਾਂ ਦਿਮਾਗ 'ਚ ਪਿਆ। ਹੁਣ ਪਹਿਲਾਂ ਦਿਮਾਗ 'ਚ ਕਿਵੇਂ ਆਉਂਦਾ? ਤੁਹਾਡੇ ਆ ਬੱਚੇ ਨੇ, ਜਦੋਂ ਇਹ ਪੁੱਛਦੇ ਆ ਵੀ ਆਹ ਕੀ ਹੈ, ਤੁਸੀਂ ਕੀ ਕਹਿੰਦੇ ਹੋ ਕੀ ਹੈ? ਇਹ ਮੇਰੇ ਅੱਗੇ ਜਿਹੜਾ ਇਹ ਲੱਗਿਆ ਹੋਇਆ ਹੈ ਵੀ ਪਹਿਲੀ ਵਾਰੀ ਤੁਹਾਨੂੰ ਕਿਹਾ ਵੀ ਕੀ ਹੈ, ਕਿਸੇ ਨੇ ਕਿਹਾ ਵੀ ਇਹ ਮਾਈਕ ਹੈ, ਤੁਸੀਂ ਮੰਨ ਲਿਆ ਵੀ ਇਹ ਮਾਈਕ ਹੈ। ਠੀਕ, ਪਹਿਲਾਂ ਸ਼ਬਦ ਸੁਣ ਕੇ ਅੰਦਰ ਗਿਆ, ਫਿਰ ਦੁਬਾਰੇ ਥੋੜ੍ਹੀਆਂ ਅੱਖਾਂ ਨੇ ਪਛਾਣਿਆ ਵੀ ਅੱਛਾ ਇਹ ਮਾਈਕ ਹੈ। ਸਾਡਾ ਇੱਕ ਮਿੱਤਰ ਗੱਲ ਸੁਣਾਉਂਦਾ ਹੁੰਦਾ, ਉਹ ਕਹਿੰਦਾ ਵੀ ਉਹਨਾਂ ਦੇ ਪਿੰਡ ਇਹ ਬਾਬੇ ਨੇ ਇੱਕ ਗੁਰਦੁਆਰੇ ਦੇ ਨੇ ਬੱਚੀ ਪੜ੍ਹਨ ਲਾਈ ਸਕੂਲ 'ਚ ਅੰਗਰੇਜ਼ੀ ਵਾਲੇ 'ਚ, ਅਤੇ ਮੈਡਮ ਉਹਨੂੰ ਕਹਿੰਦੀ ਬੇਟਾ ਕਹਿ ਇਹ ਐਪਲ, ਉਹ ਕਹਿੰਦੀ ਦੀਂਦਾ ਨਹੀਂ ਸੇਬ ਹੀ। ਤਾਂ ਬੱਚੀ ਨੇ ਪਹਿਲਾਂ ਉਹ ਤਸਵੀਰ ਨੂੰ ਸੇਬ ਸਿੱਖਿਆ ਸੀ, ਉਹ ਉਹਨੂੰ ਕਹਿੰਦੀ ਵੀ ਇਹ ਸੇਬ ਹੈ, ਇਹ ਐਪਲ ਨਹੀਂ ਹੈ। ਤਾਂ ਹੁਣ ਅਸੀਂ ਆਪਣੇ ਬੱਚਿਆਂ ਨੂੰ ਆਪ ਦੇ ਹੱਥੀਂ ਜ਼ੋਰ ਲਾ ਕੇ ਕੀ ਸਿਖਾਉਂਦੇ ਹਾਂ ਕਿ ਇਹ ਸੇਬ ਨਹੀਂ, ਇਹ ਐਪਲ ਹੈ। ਪੰਜਾਬ 'ਚ ਜਿੰਨੇ ਸਰਕਾਰੀ ਸਕੂਲ ਨੇ ਹੁਣ ਉਹ ਵੀ ਅੰਗਰੇਜ਼ੀ ਪੜ੍ਹਾਉਂਦੇ ਨੇ, ਪ੍ਰਾਈਵੇਟ ਸਕੂਲ ਨੇ ਉਹ ਵੀ ਅੰਗਰੇਜ਼ੀ ਪੜ੍ਹਾਉਂਦੇ ਨੇ। ਇਹਦੇ ਬਾਵਜੂਦ ਸਕੂਲਾਂ ਤੋਂ ਦੁੱਗਣੇ ਆਈਲੈਟਸ ਦੇ ਸੈਂਟਰ ਨੇ, ਉਹ ਵੀ ਅੰਗਰੇਜ਼ੀ ਪੜ੍ਹਾਉਂਦੇ ਨੇ। ਇਹਦਾ ਕੀ ਮਤਲਬ ਹੋਇਆ ਕਿ ਜਿਹੜੇ ਪਹਿਲਾਂ ਸਕੂਲ ਜਵਾਕ ਦਾ 12-12 ਸਾਲ ਸਮਾਂ ਖਾਂਦੇ ਨੇ, ਉਹ ਕੀ ਕਰਦੇ ਨੇ? ਜੇ ਜਵਾਕ ਨੇ ਅਖੀਰ ਨੂੰ ਮੁੜ ਕੇ 12 ਸਾਲਾਂ ਬਾਅਦ ਆਈਲੈਟ ਸੈਂਟਰ ਜਾਣਾ ਹੈ ਅੰਗਰੇਜ਼ੀ ਸਿੱਖਣ ਵਾਸਤੇ, ਤਾਂ ਪਹਿਲਾਂ ਉਹਦੇ ਨਾਲ ਕੀ ਹੋਇਆ? ਇਹ ਇੱਕ ਪੱਖ ਹੈ ਜਿਹੜੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਉਹਦਾ, ਕਿ ਸਾਡਿਆਂ ਦਿਮਾਗਾਂ 'ਚ ਜੋ ਕੁਝ ਵੀ ਆ ਰਿਹਾ ਉਹ ਕਿਹੜੇ ਸ਼ਬਦਾਂ ਨਾਲ ਆ ਰਿਹਾ, ਉਹਦੀ ਕੀਮਤ ਉੱਥੋਂ ਪੈਂਦੀ ਹੈ। ਹੁਣ ਹਰੇਕ ਘਰ ਦੇ ਵਿੱਚ ਕਿਸੇ ਜਵਾਕ ਦਾ ਜਿਹੜਾ ਜਨਮਦਾਤੇ ਨੇ, ਮਾਂ ਅਤੇ ਪਿਓ ਨੇ, ਉਹਨਾਂ ਦਾ ਨਾਂ ਕੀ ਹੈ ਜਵਾਕ ਵਾਸਤੇ? ਉਹ ਮੰਮੀ ਹੈ ਅਤੇ ਉਹ ਡੈਡੀ ਹੈ ਜਾਂ ਪਾਪਾ ਹੈ। ਕਿਸੇ ਬੱਚੇ ਨੂੰ ਜੰਮਣ ਸਾਰ ਪਹਿਲਾ ਜਿਹੜਾ ਰਿਸ਼ਤਾ ਮਿਲਦਾ ਉਹਦੀ ਬੋਲੀ ਉਹਦੀ ਨਹੀਂ ਹੈ, ਤਾਂ ਫਿਰ ਉਹ ਜਵਾਕ ਕਿੱਥੋਂ ਦਾ ਹੋਇਆ? ਤਾਂ ਉਹ ਜਵਾਕ ਕਿਹਦਾ ਹੋਇਆ? ਅਸੀਂ ਆਪਦੀਆਂ ਜਿਹੜੀਆਂ ਮੁਸ਼ਕਲਾਂ ਸਮਝਦੇ ਹਾਂ, ਉਹ ਮੁਸ਼ਕਲਾਂ ਸਮਝ ਕਾਹਦੇ ਨਾਲ ਪੈਂਦੀਆਂ ਨੇ? ਉਹ ਉਸ ਹਿਸਾਬ ਦੀਆਂ ਨੇ। ਮਤਲਬ ਇੱਕ ਮਿਸਾਲ ਤੁਹਾਨੂੰ ਮੈਂ ਦਿੰਦਾ ਕਿ ਅਸੀਂ ਆਪਦੇ ਇੱਥੇ ਆਗੂ ਚੁਣਦੇ ਹਾਂ ਤਾਂ ਕੀ ਕਹਿੰਦੇ ਹਾਂ ਕਿ ਫਲਾਨਾ ਬੰਦਾ ਜਿੱਤ ਗਿਆ, ਉਹਨੇ ਫਲਾਣੇ ਨੂੰ ਹਰਾਇਆ,
ਇਹ ਕੀ ਹੋਇਆ? ਜਿੱਤ ਹਾਰ ਕਾਹਜ ਹੁੰਦੀ ਹੈ? ਜੰਗ 'ਚ। ਕਿ ਨਹੀਂ ਹੁੰਦੀ? ਸਾਡੇ ਪਹਿਲਾਂ ਸੇਵਾਦਾਰ ਕੌਣ ਸੀਗੇ ਇੱਥੇ? ਸਾਡੇ ਸਭ ਤੋਂ ਨੇੜੇ ਜਿਹੜੀ ਸਭ ਤੋਂ ਵੱਡੀ ਥਾਂ ਹੈ ਉਹ ਦਮਦਮਾ ਸਾਹਿਬ ਹੈ ਇੱਥੇ। ਸਾਡੇ ਉੱਥੇ ਇੱਕ ਆਗੂ ਹੋਇਆ, ਕੀ ਨਾਂ ਸੀ ਉਹਨਾਂ ਦਾ? ਬਾਬਾ ਦੀਪ ਸਿੰਘ। ਕਿਸੇ ਨੇ ਵੋਟਾਂ ਪਾ ਕੇ ਚੁਣਿਆ ਸੀ? ਨਹੀਂ। ਇੱਥੇ ਪਹਿਲਾਂ ਜਿਹੜੇ ਕਿਸੇ ਬੰਦੇ ਦੇ ਅਮਲ ਸੀ ਉਹ ਲੋਕਾਂ ਦਾ ਕਿੰਨਾ ਭਲਾ ਕਰਦੇ ਸੀ, ਉੱਥੋਂ ਤੈਅ ਹੁੰਦਾ ਸੀ ਕਿ ਭਾਈ ਕਿਹਦੇ ਭਰੋਸਾ ਕਰੀਏ। ਇਹ ਇੱਕ ਤਰੀਕਾ ਸੀ ਸਾਡੇ ਬੰਦਿਆਂ ਦਾ, ਸਾਡੇ ਸ਼ਬਦਾਂ ਦਾ। ਤਾਂ ਮੈਂ ਜਿਹੜੀ ਗੱਲ ਬੋਲੀ ਬਾਬਤ ਕਰਦਾ, ਮੈਂ ਤਾਂ ਕਰ ਰਿਹਾ ਕਿ ਜਿਹੜਿਆਂ ਸ਼ਬਦਾਂ ਨਾਲ ਸਾਡੇ ਅੰਦਰ ਦੁਨੀਆ ਬਾਰੇ ਖਿਆਲ ਆਉਂਦਾ, ਜਿਹੜਿਆਂ ਸ਼ਬਦਾਂ ਨਾਲ ਸਾਡੇ ਅੰਦਰ ਆਪਦੇ ਬਾਰੇ ਖਿਆਲ ਆਉਂਦਾ, ਜਿਹੜਿਆਂ ਸ਼ਬਦਾਂ ਸਾਡੇ ਅੰਦਰ ਆਪਦੇ ਰਿਸ਼ਤੇ ਆਉਂਦੇ ਹੈ, ਸਾਨੂੰ ਉਹਨਾਂ ਸ਼ਬਦਾਂ ਰਾਹੀਂ ਦੁਨੀਆ ਦਿਸਦੀ ਹੈ। ਸਾਡੀਆਂ ਅੱਖਾਂ ਨਾਲ ਦੁਨੀਆ ਨਹੀਂ ਦਿਸਦੀ। ਸਾਨੂੰ ਆਪਦੇ ਕੰਨਾਂ ਨਾਲ ਦੁਨੀਆ ਨਹੀਂ ਸਮਝ ਆਉਂਦੀ। ਸਾਨੂੰ ਦੁਨੀਆ ਸ਼ਬਦਾਂ ਨਾਲ ਸਮਝ ਆਉਂਦੀ ਹੈ। ਇਹਦਾ ਕਾਰਨ ਇਹ ਦੇਖੋ ਕਿ ਬਾਹਰ ਪਸ਼ੂ ਪੰਛੀ ਨੇ, ਹਰੇਕ ਕਾਂ ਦਾ ਬੱਚਾ ਬਿਲਕੁਲ ਕਾਂ ਵਰਗਾ ਨਿਕਲਦਾ ਹੈ। ਸੱਪ ਦਾ ਬੱਚਾ ਸੱਪ, ਕੁੱਤੇ ਦਾ ਬੱਚਾ ਕੁੱਤਾ। ਬੰਦੇ ਦਾ ਧੀ ਪੁੱਤ ਬੰਦੇ ਵਰਗਾ ਨਹੀਂ ਨਿਕਲਦਾ। ਕਾਹਦੇ ਕਰਕੇ? ਸ਼ਬਦਾਂ ਕਰਕੇ। ਦੋ ਜੋੜੇ ਜੰਮੇ ਜਵਾਕ ਵੀ, ਭੈਣ ਭਰਾ ਵੀ ਜਾਂ ਭਰਾ ਭਰਾ ਵੀ ਇੱਕੋ ਜਿਹੇ ਨਹੀਂ ਨਿਕਲਦੇ। ਕਾਹਦੇ ਕਰਕੇ? ਸ਼ਬਦਾਂ ਕਰਕੇ। ਕਿ ਕਿਹੜੇ ਬੱਚੇ ਦੇ ਕੰਨ 'ਚ ਕਿਹੜੇ ਸ਼ਬਦ ਪਏ, ਉਹ ਉਹਦੀ ਹਸਤੀ ਬਣ ਜਾਂਦੇ ਨੇ। ਜੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਸ਼ਬਦ ਗੁਰੂ ਹੈ, ਤਾਂ ਗੁਰੂ ਮੇਨੇ ਹੁੰਦਾ ਸਭ ਤੋਂ ਵੱਡਾ। ਹੁਣ ਇਹ ਗੱਲ ਜਿਹੜੇ ਦੁਨੀਆ 'ਚ ਵਿਗਿਆਨੀ ਮੰਨੇ ਜਾਂਦੇ ਨੇ ਉਹ ਸਮਝਦੇ ਨੇ ਗੱਲ ਨੂੰ ਕਿ 2 ਸਾਲ ਤੱਕ ਜਿੰਨੇ ਸ਼ਬਦ ਜਵਾਕ ਦੇ ਦਿਮਾਗ 'ਚ ਪੈ ਗਏ ਉਹ ਉਹਦੀ ਪੱਕੀ ਜਾਇਦਾਦ ਨੇ। ਉਹਦੀ ਪੱਕੀ ਜਾਇਦਾਦ ਨੇ। ਜਿਹੜੀ ਪਿਓ ਦੀ ਜ਼ਮੀਨ ਹੈ ਉਹ ਵਿਕ ਸਕਦੀ ਹੈ, ਪਿਓ ਵੀ ਵੇਚ ਜੇ, ਤੁਸੀਂ ਵੇਚ ਸਕਦੇ ਹੋ। ਜਿਹੜਾ ਘਰ ਹੈ ਉਹ ਢਹਿ ਸਕਦਾ ਹੈ, ਵਿਕ ਸਕਦਾ। ਜਿਹੜਾ ਸਰੀਰ ਤਕੜਾ ਕੀਤਾ ਹੈ, ਬਿਮਾਰੀ ਨਾਲ ਸੱਟ ਫੇਟ ਨਾਲ ਝੰਬਿਆ ਜਾ ਸਕਦਾ। ਜਿਹੜੀ ਚੀਜ਼ ਜਿਉਂਦੇ ਬੰਦੇ ਕੋਲੋਂ ਨਹੀਂ ਖੁੱਸਦੀ ਉਹ ਉਹਦੇ ਸ਼ਬਦ ਨੇ। ਜੇ ਬੰਦੇ ਨੂੰ ਸੱਟ ਵੱਜ ਕੇ ਸਿਰ 'ਚ ਉਹਦੀ ਯਾਦਦਾਸ਼ਤ ਤਾਂ ਖਤਮ ਹੋ ਜਾਏ, ਉਹਦਾ ਨਾਂ ਤੱਕ ਭੁੱਲ ਜਾਵੇ, ਪਰ ਉਹਦੀ ਖੋਪੜੀ 'ਚੋਂ ਸ਼ਬਦ ਨਹੀਂ ਨਿਕਲਦਾ। ਜਿਹੜਾ ਸਿੱਖਿਆ ਉਹਨੇ ਉਹ ਉਹੀ ਰਹਿੰਦਾ। ਅਤੇ ਮੈਂ ਜਿਹੜੀ ਬੇਨਤੀ ਕਰਨੀ ਉਹ ਇੰਨੀ ਹੈ ਬਸ ਕਿ ਸਾਡੇ ਜੋ ਬਦਲਾਅ ਆ ਗਿਆ ਦਿੰਦਾ, ਸਾਡੇ ਜੋ ਮੁਸ਼ਕਿਲ ਆਈ ਹੈ ਅਤੇ ਜੋ ਅਸੀਂ ਉਹਦਾ ਹੱਲ ਸੋਚਾਂਗੇ, ਉਹਦੇ ਵਾਸਤੇ ਸਭ ਤੋਂ ਬੁਨਿਆਦੀ ਚੀਜ਼ ਸ਼ਬਦ ਨੇ। ਕਿ ਅਸੀਂ ਜਦੋਂ ਕਹਿੰਦੇ ਹਾਂ ਵੀ ਮੇਰਾ ਢਿੱਡ ਦੁਖਦਾ ਹੈ, ਕਿ ਮੇਰੇ ਢਿੱਡ 'ਚ ਪੇਨ ਹੁੰਦੀ ਹੈ, ਕਿ ਮੇਰੇ ਢਿੱਡ 'ਚ ਪੀੜ ਹੁੰਦੀ ਹੈ, ਕਿ ਮੇਰੇ ਦਰਦ ਹੁੰਦਾ ਹੈ, ਹਰੇਕ ਸ਼ਬਦ ਦੀ ਵੱਖਰੀ ਵੱਖਰੀ ਕੀਮਤ ਹੈ। ਜਿਵੇਂ ਡਾਲਰ ਦੀ ਅੱਡ ਹੈ, ਪੌਂਡ ਦੀ ਅੱਡ ਹੈ, ਰੁਪਈਏ ਦੀ ਅੱਡ ਹੈ, ਦਿਨਾਰ ਦੀ ਅੱਡ ਹੈ। ਇਵੇਂ ਜ਼ਿਕਰ ਵੀ ਇਹ ਸਿਰ 'ਤੇ ਪੱਗ ਹੈ, ਕਿ ਪਗੜੀ ਹੈ, ਦਸਤਾਰ ਹੈ, ਸਾਫ ਹੈ, ਕਿ ਇਹ ਪ੍ਰਿੰਸਲੀ ਹੈਟ ਹੈ, ਕਿ ਇਹ ਵਾਧੂ ਕੱਪੜਾ ਹੈ, ਠੀਕ, ਕਿ ਇਹ ਚੀਰਾ ਹੈ। ਹਰ ਇੱਕ ਸ਼ਬਦ ਦੀ ਆਪ ਦੀ ਕੀਮਤ ਹੈ। ਤੁਸੀਂ ਅੰਮ੍ਰਿਤ ਵੇਲਾ ਕਹੋਗੇ ਤਾਂ ਉਹਦਾ ਮਤਲਬ ਹੋਰ ਹੈ। ਪੈ ਪਾਠ ਦੀ ਕਹੋਗੇ ਉਹਦਾ ਮਤਲਬ ਹੋਰ ਹੈ। ਵੱਡੇ ਤੜਕੇ ਕਹੋਗੇ ਉਹਦਾ ਮਤਲਬ ਹੋਰ ਹੈ। ਹਰ ਸ਼ਬਦ ਦਾ ਆਪਣਾ ਮੁੱਲ ਹੈ। ਸਾਨੂੰ ਪਤਾ ਨਹੀਂ ਲੱਗਦਾ, ਪਰ ਕੱਲਾ ਕੱਲਾ ਸ਼ਬਦ ਸਾਡੇ ਕਿਰਦਾਰ ਨੂੰ ਰੋਜ਼ ਘੜਦਾ ਹੈ। ਅਤੇ ਇਸ ਕਰਕੇ ਸਾਡੀਆਂ ਜਿਹੜੀਆਂ ਮੁਸ਼ਕਿਲਾਂ ਨੇ, ਸਾਡੀਆਂ ਜਿਹੜੀਆਂ ਪ੍ਰਾਪਤੀਆਂ ਨੇ, ਸਾਡੀਆਂ ਜਿਹੜੀਆਂ ਕਮਾਈਆਂ ਨੇ, ਮਸਲਨ ਹੁਣ ਸਾਨੂੰ ਕੀ ਲੱਗਦਾ ਕਿ ਸਾਡੇ ਕੀ ਮੁਸ਼ਕਿਲ ਹੈ? ਜਿੱਥੇ ਜਾਓ 4 ਗੱਲਾਂ ਹਰ ਥਾਂ ਹੁੰਦੀਆਂ ਨੇ, ਸ਼ਾਇਦ ਤੁਹਾਡੇ ਵੀ ਇੱਥੇ ਹੋਣਗੀਆਂ। ਪਹਿਲੀ ਇਹ ਕਿ ਨਸ਼ੇ ਬਹੁਤ ਹੋ ਗਏ। ਸ਼ਾਇਦ ਤੁਹਾਡੇ ਪਿੰਡ 'ਚ ਵੀ ਇਹ ਲੋਕ ਸੋਚਦੇ ਹੋਣਗੇ ਇੱਦਾਂ। ਇੱਕ ਵੀ ਬਿਮਾਰੀਆਂ ਬਹੁਤ ਹੋ ਗਈਆਂ, ਘਰ ਘਰ ਬੰਦੇ ਬਿਮਾਰ ਹੋਏ ਪਏ ਨੇ। ਅਤੇ ਬਿਮਾਰੀਆਂ ਕਾਹਦੇ ਨਾਲ? ਆ ਰਹੀਆਂ ਸਪਰੇਹਾਂ ਨਾਲ ਹੈ, ਮਾੜੇ ਪਾਣੀਆਂ ਨਾਲ ਹੈ। ਠੀਕ, ਇੱਦਾਂ ਹੀ ਹੈ ਵੀ ਖੇਤੀ 'ਚ ਹੁਣ ਕੋਈ ਫਾਇਦਾ ਨਹੀਂ ਹੈ, ਘਾਟੇ ਦਾ ਸੌਦਾ ਹੋ ਗਈ ਹੈ। ਜਵਾਕਾਂ ਨੂੰ ਨੌਕਰੀ ਕੋਈ ਹੈ ਨਹੀਂ, ਹੋਰ ਕੀ ਕਰਨ, ਬਾਹਰ ਨਾ ਜਾਣ। ਤਾਂ ਹਾਲਾਤ ਇੱਥੇ ਬਹੁਤ ਮਾੜੇ ਹੋਏ ਪਏ।
ਇਹ ਸਾਰੀਆਂ 5-7 ਗੱਲਾਂ ਨੇ ਜਿਹੜੀਆਂ ਜਿੰਨੀਆਂ ਕਿ ਮੈਂ ਥਾਵਾਂ 'ਤੇ ਗਿਆ ਸਾਰੇ ਬੰਦੇ ਕਰਦੇ ਨੇ, ਸ਼ਾਇਦ ਤੁਹਾਡੇ ਵੀ ਇੱਥੇ ਕਰਦੇ ਹੋਣਗੇ। ਤਾਂ ਹੁਣ ਇਹਦੇ ਵਾਸਤੇ ਮੈਂ ਐਂ ਨਹੀਂ ਕਹਿੰਦਾ ਕਿ ਇਹ ਗੱਲਾਂ ਨਹੀਂ ਹਨ, ਇਹ ਹਨ, ਪਰ ਇਹਨਾਂ ਹੀ ਗੱਲਾਂ ਨੂੰ ਜੇ ਸਮਝਣਾ ਹੋਵੇ, ਜੇ ਹੱਲ ਕਰਨਾ ਹੋਵੇ, ਤਾਂ ਜੋ ਮੈਨੂੰ ਸਮਝ ਪੈਂਦੀ ਹੈ ਉਹਦੇ ਬਾਬਤ ਮੈਂ ਬੇਨਤੀ ਕਰਦਾ। 2 ਮਿਸਾਲਾਂ ਦੇ ਕੇ। ਪਹਿਲੀ ਇਹ ਕਿ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਦੋਂ ਬਿਮਾਰ ਹੋ ਜਾਂਦੇ ਹਾਂ, ਉਹ ਸਾਨੂੰ ਦਵਾਈ ਦਿੰਦਾ। ਜੇ ਤੁਸੀਂ ਇਹ ਗੱਲ ਦਾ ਧਿਆਨ ਦਿਓ ਕਿ ਡਾਕਟਰ ਤੁਹਾਡੀ ਗੱਲ ਕਿੰਨੇ ਧਿਆਨ ਨਾਲ ਸੁਣਦਾ, ਇਹ ਪਹਿਲੀ ਗੱਲ ਹੈ। ਡਾਕਟਰ ਤੁਸੀਂ ਗਏ, ਅੱਛਾ ਕੀ ਹੋਇਆ, ਉਹ ਲਿਖੇ ਪਰਚੀ ਤੁਹਾਨੂੰ ਫੜਾ ਦੇ, ਬੰਦੇ ਦਾ ਦਿਲ ਅੱਧਾ ਜਿਹਾ ਹੋ ਜਾਂਦਾ ਵੀ ਇਹਨੇ ਧਿਆਨ ਨਾਲ ਮੇਰੀ ਬਿਮਾਰੀ ਸੁਣੀ ਨਹੀਂ ਹੈ। ਮਤਲਬ ਜਿਹੜੇ ਡਾਕਟਰ ਦੇ ਸ਼ਬਦ ਨੇ ਉਹਦਾ ਬਿਮਾਰੀ ਸਮਝਣ ਦੇ ਵਿੱਚ ਹਿੱਸਾ ਹੈ। ਜੇ ਉਹ ਤੁਹਾਨੂੰ ਕਵੇ ਵੀ ਤੇਰਾ ਕੰਮ ਤਾਂ ਗਿਆ, ਤੇਰੇ ਕੋਲੇ ਤਾਂ 2 ਮਹੀਨੇ ਆ, ਕਰ ਲੈ ਜੋ ਕਰਨਾ ਹੈ, ਤਾਂ ਬੰਦੇ ਦਾ ਖੜੇ ਦਾ ਪਾਣੀ ਨਿਕਲ ਜਾਂਦਾ। ਕਾਹਦੇ ਨਾਲ? ਉਹਦਿਆਂ 4 ਬੋਲਾਂ ਨਾਲ। ਜੇ ਉਹ ਕਵੇ ਵੀ ਤੈਨੂੰ ਕੁਛ ਨਹੀਂ ਹੁੰਦਾ, 2 ਗੋਲੀਆਂ ਲੈ ਟੱਲੀ ਵਰਗਾ ਹੋ ਜਾਏਗਾ, ਉਹੀ ਬੰਦਾ, ਉਹੀ ਡਾਕਟਰ, ਉਹੀ ਦਵਾਈ, ਫਰਕ ਪੈ ਜਾਂਦਾ। ਇੱਕ ਦੂਜੀ ਮਿਸਾਲ ਦਿੰਦਾ ਮੈਂ ਕਿ ਸਾਡੇ ਸਾਰੇ ਬੰਦੇ ਕਹਿੰਦੇ ਆ ਵੀ ਜਿਹੜਾ ਉਹ 18ਵੀਂ ਸਦੀ ਦਾ ਇਤਿਹਾਸ ਸੀ ਸਾਡਾ, ਬਾਬੇ ਦੀਪ ਸਿੰਘ ਹੋਣਾ ਹੁੰਦਾ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਹੁੰਦਾ, ਭਾਈ ਤਾਰੂ ਸਿੰਘ ਹੋਣਾ ਹੁੰਦਾ, ਉਹ ਬਹੁਤ ਵਧੀਆ ਸੀ, ਵੱਡਾ ਸੀ ਬਹੁਤ। ਤਾਂ ਉਹਦੀ ਇੱਕ ਗੱਲ, ਉਹ ਉਦੋਂ ਕੀ ਬੋਲਦੇ ਸੀ? ਦੁੱਖ ਤਕਲੀਫ ਤਾਂ ਉਦੋਂ ਵੀ ਸੀਗੇ, ਬਿਮਾਰੀਆਂ ਤਾਂ ਉਦੋਂ ਵੀ ਸੀ, ਮੁਸ਼ਕਿਲ ਤਾਂ ਉਦੋਂ ਬਹੁਤ ਜ਼ਿਆਦਾ ਸੀਗੀ, ਕਿਤੇ ਪੀਣ ਨੂੰ ਪਾਣੀ ਨਹੀਂ ਸੀ ਲੱਭਦਾ। ਠੀਕ। ਤਾਂ ਸਾਡੇ ਕੋਲੇ ਕੁਝ ਸ਼ਬਦ ਬਚ ਕੇ ਆਏ ਨੇ ਜਿਨ੍ਹਾਂ ਨੂੰ ਨਿਹੰਗ ਸਿੰਘਾਂ ਦੇ ਬੋਲੇ ਕਹਿੰਦੇ ਆ, ਕਿ ਉਹ ਜਦੋਂ ਸਭ ਤੋਂ ਔਖਾ ਵੇਲਾ ਸੀ ਵੀ ਜਿੱਥੇ ਸਿੱਖ ਨੂੰ ਦੇਖੋ ਉਹਦਾ ਸਿਰ ਵੱਢ ਲਓ ਤੇ ਰੁਪਈਏ ਮਿਲਣਗੇ। ਜਿਵੇਂ ਪਿੱਛੇ ਵੀ ਹੋਇਆ ਨਹੀਂ ਵੀ ਫਲਾਣੇ ਸਿੰਘ ਦੇ ਸਿਰ 'ਤੇ 25 ਲੱਖ ਦਾ ਨਾਮ, ਉਹਦੇ ਨਾਂ 'ਤੇ 20 ਲੱਖ ਦਾ ਨਾਮ, ਵੀ ਆ ਜਿਹੜੇ ਬਾਹਰ ਸੀਗੇ ਲਦੇਨ ਹੋਣੀ, ਉਹਨਾਂ ਦੇ ਤਾਂ ਕਈ ਕਰੋੜਾਂ ਦਾ ਨਾਮ ਸੀ ਉਹਨਾਂ ਸਿਰ 'ਤੇ। ਤਾਂ ਇਹ ਉਹੀ ਤਰੀਕਾ ਅਪਣਾਉਣਾ ਵੀ ਬੰਦੇ ਦਾ ਸ਼ਿਕਾਰ ਖੇਡੋ। ਤਾਂ ਉਹ ਸਾਡੇ ਬੰਦੇ ਸੀ ਜਿਹੜੇ ਇਤਿਹਾਸ ਜਿਹਨਾਂ ਅਸੀਂ ਨਾਂ ਲੈਂਦੇ ਹਾਂ, ਉਹਨਾਂ ਨੇ ਕੀ ਕਰਿਆ ਸੀ? ਉਹਨਾਂ ਦੇ ਸ਼ਬਦ ਪੜ੍ਹੋਗੇ, ਥੋੜ੍ਹੇ ਸ਼ਬਦ ਨੇ ਸਾਡੇ ਕੋਲ ਆਏ, ਪਰ ਸਾਨੂੰ ਪਤਾ ਲੱਗਦਾ ਕਿੱਦਾਂ ਵੀ ਜੇ ਕਿਸੇ ਦੇ ਹੱਥ ਟੁੰਡਾ ਵੱਢਿਆ ਗਿਆ ਲੜਾਈ 'ਚ, ਉਹਨੂੰ ਟੁੰਡਾ ਨਹੀਂ ਸੀ ਕਹਿੰਦੇ, ਉਹਨੂੰ ਲਖਵਾਹਾ ਸਿੰਘ। ਜੇ ਕੋਈ ਲੰਗੜਾ ਉਹਨੂੰ 100 ਚਾਲਾ ਸਿੰਘ। ਠੀਕ, ਗੱਲ ਉਹੀ ਹੈ, ਉਲਟੇ ਲੋਟ ਕਹਿਣੀ ਹੈ। ਅੱਜ ਵੀ ਜੇ ਲੰਗਰ ਥੁੜ ਜਾਏ, ਕੋਈ ਥੁੜ ਜਾ ਨਹੀਂ ਕਹਿੰਦਾ, ਲੰਗਰ ਵੱਧ ਗਿਆ, ਲੰਗਰ ਮਸਤ ਹੋ ਗਿਆ। ਮਸਤ ਮਤਲਬ ਬੇਕਾਬੂ ਹੋ ਗਿਆ। ਅਤੇ ਸਾਡੇ ਉਹਨਾਂ ਸਿੰਘਾਂ ਨੇ, ਉਹਨਾਂ ਬਜ਼ੁਰਗਾਂ ਨੇ ਉਸ ਵੇਲੇ ਦੁੱਖ, ਭੁੱਖ, ਬਿਮਾਰੀ, ਮੁਸ਼ਕਲ, ਇਹ ਸਾਰੀਆਂ ਦਾ ਨਾਂ ਹੀ ਛੱਡਤਾ, ਉਹਦਾ ਨਾਂ ਹੀ ਨਹੀਂ ਲਿਆ ਕਦੇ। ਉਹਨਾਂ ਨੇ ਆਪਣੇ ਸ਼ਬਦਾਂ ਨਾਲ ਦੁਨੀਆ ਇੱਦਾਂ ਸ਼ੁਰੂ ਕਰ ਲਈ ਕਿ ਮੁਸ਼ਕਲ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ, ਜਦੋਂ ਕਿ ਉਹਨਾਂ ਸਾਹਮਣੇ ਢੇਰ ਮੁਸ਼ਕਲਾਂ ਸੀਗੀਆਂ। ਤਾਂ ਹੁਣ ਅਸੀਂ ਆਪਣੇ ਬਾਰੇ 'ਚ ਆ ਜਾਈਏ ਵੀ ਹੁਣ ਸਾਡੇ ਬਹੁਤੇ ਬੰਦੇ ਆਪ ਦੇ ਆਪ 'ਚ ਬਿਮਾਰੀ ਲੱਭਦੇ ਰਹਿੰਦੇ ਆ। ਤੁਸੀਂ ਦੇਖਿਓ, ਕੋਈ ਬੰਦਾ ਕਹਿਣ ਲੱਗ ਜਾਏ ਮੇਰੀਆਂ ਲੱਤਾਂ ਦੁਖਦੀਆਂ, ਮੇਰੇ ਇੱਦਾਂ ਹੁੰਦਾ, ਸੁਣਨ ਵਾਲਾ 5 ਮਿੰਟ ਤੋਂ ਪਹਿਲਾਂ ਕਹੂਗਾ ਮੇਰੇ ਵੀ ਇੱਦਾਂ ਹੁੰਦਾ। ਇਹ ਸਾਰੀ ਸ਼ਬਦਾਂ ਦੀ ਖੇਡ ਹੈ ਕਿ ਸਾਡਾ ਜਿਹੜਾ ਮਨ ਹੈ, ਸਾਡੀ ਜਿਹੜੀ ਸਮਝ ਹੈ, ਉਹ ਕੁਛ ਨਹੀਂ ਹੈਗੀ, ਇਹ ਸਾਰੀ ਉਹੀ ਜੋੜ ਤੋੜ ਹੈ। ਅਤੇ ਸਾਡੇ ਕੋਲ ਜੋ ਕੁਛ ਹੈਗਾ, ਇਹ ਘਰ ਜਾਇਦਾਦ, ਇਹ ਬਹੁਤ ਹੀ ਲੱਗਦਾ ਬਹੁਤ ਵੱਡੀਆਂ ਨੇ, ਪਰ ਜਦੋਂ ਇਤਿਹਾਸ 'ਚ ਧਰ ਕੇ ਦੇਖਾਂਗੇ ਤਾਂ ਇਹਨਾਂ ਦੀ ਕੀਮਤ ਐਵੇਂ ਹੀ ਹੈ, ਮਿੱਟੀ ਤੋਂ ਵੀ ਥੋੜ੍ਹੀ ਹੈ। ਜਿਹੜੀ ਚੀਜ਼ ਸਾਡੇ ਕੋਲ ਤੁਰ ਕੇ ਜਾਂਦੀ ਹੈ ਅੱਗੇ, ਉਹ ਸ਼ਬਦ ਨੇ। ਜੇ ਸ਼ਬਦ ਨਾ ਹੁੰਦੇ ਤਾਂ ਗੁਰੂ ਸਾਹਿਬ ਦੀ ਬਾਣੀ ਸਾਡੇ ਕੋਲ ਆਉਂਦੀ? ਸਾਡੇ ਕੋਲ ਇਤਿਹਾਸ ਆਉਂਦਾ ਨਹੀਂ ਆਉਣਾ। ਸਾਡੇ ਕੋਲ ਜਿਹੜਾ ਇਤਿਹਾਸ ਆਇਆ ਉਹ 5-7 ਬੰਦਿਆਂ ਨੇ ਸੁਣ ਕੇ ਲਿਖਿਆ। ਅੱਜ ਸਾਨੂੰ ਪਤਾ ਹੈ, ਜੇ 5-7 ਬੰਦੇ ਨਾ ਲਿਖਦੇ ਫਿਰ ਕੀ ਪਤਾ ਹੋਣਾ ਸੀ? ਉਹਨਾਂ ਬੰਦਿਆਂ ਨੇ ਉਦੋਂ ਭੁੱਖੇ ਮਰ ਕੇ, ਜਦੋਂ ਕਾਗਜ਼ ਲੱਭਦਾ ਨਹੀਂ ਸੀ, ਜਦੋਂ ਸ਼ਾਹੀ ਨਹੀਂ ਲੱਭਦੀ ਸੀ,
ਉਦੋਂ ਉਹਨਾਂ ਨੇ ਔਖੇ ਹੋ ਕੇ ਅੱਖਰ ਝਰੀਟੇ, ਅੱਜ ਅਸੀਂ ਉਹਦਾ ਮਾਣ ਕਰਦੇ ਹਾਂ। ਬਾਬੇ ਦੀਪ ਸਿੰਘ ਨੇ ਸ਼ਹੀਦੀ ਦੇਤੀ, ਦੱਸੀ ਕਿਹਨੇ ਸਾਨੂੰ? ਉਹਨਾਂ ਨਾਲ ਤਾਂ 5000 ਬੰਦਾ ਗਿਆ ਸੀ, ਕੋਈ ਬਚਿਆ ਹੀ ਨਹੀਂ ਸੀਗਾ ਜੰਗ ਚੋਂ। ਕੌਣ? ਕਿਸੇ ਨੇ ਬਾਅਦ 'ਚ ਉਹ ਸਾਖੀ ਲਿਖੀ ਸਾਡੇ ਕੋਲ ਆਈ। ਤਾਂ ਬਾਬੇ ਦੇ ਜਿਹੜੇ ਅਮਲ ਸੀ, ਜਿਹੜੀ ਸ਼ਹੀਦੀ ਸੀ, ਉਹ ਵੀ ਸ਼ਬਦਾਂ ਦੀ ਮੁਹਤਾਜ ਹੈ। ਉਹ ਵੀ ਸ਼ਬਦਾਂ ਨੇ ਸਾਡੇ ਕੋਲ ਆਈ ਹੈ। ਸ਼ਬਦਾਂ ਦਾ ਇੰਨਾ ਮਨ ਹੈ। ਗੁਰੂ ਨੇ ਸ਼ਬਦਾਂ ਨੂੰ ਆਪਣਾ ਰੂਪ ਕਿਹਾ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਅਤੇ ਹੁਣ ਅਸੀਂ ਆਪ ਦੀਆਂ ਮੁਸ਼ਕਿਲਾਂ ਦਾ ਹੱਲ ਚਾਹੁੰਦੇ ਹਾਂ, ਆਪ ਦੀ ਬੋਲੀ ਛੱਡ ਕੇ, ਆਪ ਦੇ ਅੱਖਰ ਛੱਡ ਕੇ। ਦੁਨੀਆ 'ਚ ਸੱਜਣੋ ਇੱਦਾਂ ਕਦੇ ਹੋਇਆ ਨਹੀਂ ਹੈ ਅਤੇ ਨਾ ਕਦੇ ਇੱਦਾਂ ਹੋਊ। ਆਪ ਦੇ ਧੀਆਂ ਪੁੱਤਾਂ ਨੂੰ ਅਸੀਂ ਦੋ ਕੰਮ ਜ਼ਰੂਰ ਸਿਖਾ ਸਕਦੇ ਹਾਂ। ਇੱਕ, ਜਿੰਨੀ ਕਿ ਸਾਡੀ ਸੁੱਧ ਬੁੱਧ ਹੈ, ਉਹਨਾਂ ਨੂੰ ਇੱਕ ਵਾਰ 10ਵੀਂ ਕਰਨ ਤੋਂ ਪਹਿਲਾਂ ਸੰਥਿਆ ਜ਼ਰੂਰ ਦਿਓ ਜਦੋਂ ਦੇ ਸਕਦੇ ਹੋ। ਦੂਜਾ, ਜਿੰਨੇ ਤੁਹਾਨੂੰ ਚਰਖੇ, ਪੀੜ੍ਹੀਆਂ, ਸੰਦਾਂ, ਟੋਕਰਿਆਂ ਦੇ ਨਾਂ ਆਉਂਦੇ ਆ, ਇੱਕ ਵਾਰੀ ਆਪਦੇ ਧੀ ਪੁੱਤ ਦੇ ਕੰਨਾਂ 'ਚ ਜ਼ਰੂਰ ਪਾ ਦਿਓ ਕਿ ਪਹਿਲਾਂ ਆਹ ਚੀਜ਼ਾਂ ਨਾਲ ਅਸੀਂ ਜਿਉਂਦੇ ਸੀ। ਇਹਨਾਂ ਸੰਦਾਂ ਨਾਲ, ਇਹਨਾਂ ਕੰਮਾਂ ਨਾਲ, ਇਹਨਾਂ ਧੰਦਿਆਂ ਨਾਲ, ਇਹਨਾਂ ਰੁੱਖਾਂ ਨਾਲ, ਡੇਲੇ ਕੀ ਸੀ, ਕਰੀਰ ਕੀ ਸੀ, ਜੋ ਵੀ ਹੈ। ਸਾਡੇ ਕੋਲ ਸਾਰਾ ਕੁਝ ਸਾਂਭ ਕੇ ਰੱਖਿਆ ਨਹੀਂ ਜਾ ਸਕਦਾ, ਪਰ ਉਹਨੂੰ ਸ਼ਬਦਾਂ ਰਾਹੀਂ ਅਸੀਂ ਸਦਾ ਵਾਸਤੇ ਰੱਖ ਸਕਦੇ ਹਾਂ। ਤਾਂ ਹੁਣ ਜਿਹੜਾ ਅਸੀਂ ਦੁਨੀਆ ਵੇਖਣੀ ਆ ਆਪਦੀ, ਉਹ ਇਹ ਹੈ ਕਿ ਅਸੀਂ ਕਿਵੇਂ ਵੇਖਾਂਗੇ। ਇਹ ਨਹੀਂ ਸੋਚਣਾ ਕਿ ਫਲਾਨੀ ਜਥੇਬੰਦੀ ਪਾਰਟੀ ਵਾਲੇ ਆਹ ਕਰਨਗੇ ਜਾਂ ਉਹਨਾਂ ਨੇ ਆਹ ਮਾੜਾ ਕਰਤਾ। ਸਾਡੇ ਸਾਰਿਆਂ ਕੋਲ ਇੱਕੋ ਜਿਹਾ ਸਮਾਂ ਹੈ। ਹਰ ਬੰਦੇ ਕੋਲ 3 ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦਾ ਸਮਾਂ, ਇੱਕ ਹੁੰਦੀ ਹੈ ਉਹਦੀ ਸਰੀਰ ਦੀ ਜਾਨ, ਤੀਜਾ ਹੁੰਦਾ ਉਹਦੇ ਸਾਧਨ, ਰੁਪਈਏ ਦੇ, ਪੈਸੇ, ਗੱਡੀਆਂ ਦੇ, ਹੋਰ ਸਾਰੇ ਕਾਸੇ ਦੇ। ਸਾਡੇ ਕੋਲ ਸਾਧਨ ਘੱਟ ਹੋ ਸਕਦੇ ਨੇ, ਠੀਕ ਹੈ, ਸਰੀਰ 'ਚ ਜਾਨ ਘੱਟ ਹੋ ਸਕਦੀ ਹੈ, ਪਰ ਇੱਕ ਸਮੇਂ 'ਚ ਅਸੀਂ ਬਰਾਬਰ ਹਾਂ ਸਭ ਨਾਲ। ਸਣੇ ਮੋਦੀ ਦੇ, ਸਣੇ ਟਰੰਪ ਦੇ, ਉਹ 24 ਘੰਟੇ। ਜਿਹੜਾ ਤੁਹਾਡੇ ਪਿੰਡ ਬਾਹਰ ਕੋਈ ਮੋੜ 'ਤੇ ਮੰਗਤਾ ਬੈਠਾ, ਉਹਦੇ ਕੋਲ ਵੀ 24 ਘੰਟੇ ਨੇ। ਜਿਹੜਾ ਅਡਾਨੀ ਅੰਬਾਨੀ ਆ, ਉਹਦੇ ਕੋਲ ਵੀ 24 ਨੇ, ਜਮਾ ਬਰਾਬਰ। ਇੱਕ ਚੀਜ਼ ਹੁੰਦੀ ਹੈ ਜਿਹੜੀ ਹੁੰਦੀ ਹੈ ਉਤਸ਼ਾਹ, ਕਿ ਤੁਹਾਡਾ ਟੇਕ ਕਿਹਦੇ 'ਤੇ ਹੈ? ਤੁਹਾਡੀ ਉਹ ਲਾਲਾਂ ਵਾਲੇ 'ਤੇ ਹੈ, ਹਨੂਮਾਨ 'ਤੇ ਹੈ, ਕਿ ਉਹ ਗੁਰੂ ਗ੍ਰੰਥ ਸਾਹਿਬ 'ਤੇ ਹੈ, ਕਿਹਦੇ 'ਤੇ ਹੈ? ਉੱਥੇ ਜਾ ਕੇ ਫਰਕ ਪੈਂਦਾ ਕਿ ਤੁਸੀਂ ਕਿਹਦੇ ਆਸਰੇ ਉੱਡਦੇ ਹੋ। ਉਹ ਆਸਰਾ ਤੁਹਾਨੂੰ ਕਿੱਥੋਂ ਤੱਕ ਲੈ ਕੇ ਜਾਂਦਾ। ਜਿਹੜਾ ਸਾਡੇ ਕੋਲ ਇਤਿਹਾਸ ਹੈ, ਉਹਦੇ 'ਚ ਇਹੀ ਚੀਜ਼ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਅਸੀਂ ਜਿਹੜੇ ਆਸਰੇ ਉੱਡਦੇ ਹਾਂ, ਉਹ ਬਹੁਤ ਵੱਡਾ ਆਸਰਾ ਹੈ। ਉਹਦੇ ਕਰਕੇ 2 ਬੰਦੇ ਕਹਿੰਦੇ ਅਸੀਂ ਰਾਜੇ ਹਾਂ ਓਏ, ਭਾਵੇਂ ਉਹਨਾਂ ਦੇ ਸਿਰ ਦਾ ਮੁੱਲ ਪੈਂਦਾ, ਠੀਕ ਹੈ। ਉਹਦੇ ਕਰਕੇ ਬੰਦੇ, ਤੁਸੀਂ ਹਜੇ ਕੁਛ ਮਹੀਨੇ ਪਹਿਲਾਂ ਦੇਖਿਆ ਹੋਣਾ ਕਿ ਸੜਕਾਂ 'ਤੇ ਬੰਦੇ ਕਈ ਮਹੀਨੇ ਬੈਠੇ, ਸਾਰਿਆਂ ਦਾ ਕੋਈ ਸਾਂਝਾ ਆਗੂ ਨਹੀਂ ਸੀਗਾ, ਆਪੇ ਪਿੰਡਾਂ 'ਚੋਂ ਗਏ ਸੀਗੇ, ਕੋਈ ਬਦਨਾਮੀ ਨਹੀਂ ਖੱਟੀ, ਲੋਕਾਂ ਨੂੰ ਰੱਜ ਰੱਜ ਕੇ ਖਵਾਇਆ, ਬਿਨਾਂ ਗੋਲੀ ਚਲਾਇਆ, ਬਿਨਾਂ ਪਰਚੀਆਂ ਪਾਇਆ, ਇੱਕ ਸਰਕਾਰ ਨੂੰ ਉਹ ਹਰਾ ਕੇ ਆਏ। ਦੁਨੀਆ 'ਚ ਇੱਦਾਂ ਕਦੇ ਹੋਇਆ ਨਹੀਂ। ਪਰ ਇਹ ਹੋਏ ਨੂੰ ਕੋਈ ਸ਼ਬਦਾਂ 'ਚ ਕਹਿਣ ਵਾਲਾ ਨਹੀਂ ਹੈਗਾ, ਸਾਡਿਆਂ ਸ਼ਬਦਾਂ 'ਚ ਕਹਿਣ। ਅਸੀਂ ਜੋ ਕਰਿਆ, ਸਾਡੇ ਨਾਲ ਜੋ ਹੋਇਆ ਅਤੇ ਅਸੀਂ ਜੋ ਕਰਨਾ, ਉਹਦੀ ਕੀਮਤ ਅਸਲ ਸ਼ਬਦਾਂ 'ਚ ਜ਼ਿਆਦਾ ਹੈ। ਉਹਦੀ ਕੀਮਤ ਸ਼ਬਦਾਂ ਦੇ ਵਿੱਚ ਜ਼ਿਆਦਾ ਹੈ, ਬਹੁਤ। ਅਤੇ ਉਹਦੇ ਲਈ 3 ਬੇਨਤੀਆਂ। ਪਹਿਲੀ, ਕਿ ਅਸੀਂ ਆਪ ਦੇ ਬੱਚਿਆਂ ਨੂੰ ਨਿੱਜੀ ਰੂਪ 'ਚ ਪਰਿਵਾਰਕ ਤੌਰ 'ਤੇ ਕੀ ਦੇ ਸਕਦੇ ਹਾਂ? ਵਿਰਾਸਤ, ਇਤਿਹਾਸ ਦੀ ਸਮਝ, ਬਾਣੀ ਦੀ ਸਮਝ। ਦੂਜਾ, ਸਾਂਝੇ ਰੂਪ 'ਚ ਪਰਿਵਾਰ ਵਜੋਂ ਜਾਂ ਪਿੰਡ ਵਜੋਂ ਜਾਂ ਜਥੇਬੰਦੀ ਵਜੋਂ ਕੀ ਕਰ ਸਕਦੇ ਹਾਂ? ਤੀਜਾ, ਸਰਬੱਤ ਦੇ ਭਲੇ ਵਾਸਤੇ, ਸਾਰੀ ਲੁਕਾਈ ਵਾਸਤੇ, ਜਿੱਥੇ 2 ਵੇਲੇ ਅਰਦਾਸ ਕਰਦੇ ਹਾਂ, ਉਸ ਰੂਪ 'ਚ ਕੀ ਕਰ ਸਕਦੇ ਹਾਂ? ਉਹਦੇ 2 ਸਾਧਨ ਨੇ। ਇੱਕ, ਜਿਹੜਾ ਭੋਜਨ
ਐ ਨੰਗੇ ਚਿੱਟੇ ਰੂਪ ਦੇ ਵਿੱਚ ਖਾਣ ਪੀਣ ਦੇ ਅੰਦਰ ਸਾਡੇ ਜਾਂਦਾ, ਉਹ ਠੀਕ ਕਰਨਾ। ਦੂਜਾ ਜਿਹੜਾ ਸੂਖਮ ਭੋਜਨ ਹੈ, ਜੋ ਸ਼ਬਦ ਸਾਡੇ ਅੰਦਰ ਜਾਂਦਾ, ਉਹ ਠੀਕ ਕਰਨਾ। ਇਹ ਦੋ ਚੀਜ਼ਾਂ 'ਤੇ ਅਸੀਂ ਨਿਗਾਹ ਰੱਖਦੇ ਹਾਂ ਤਾਂ ਕੋਈ ਮਸਲਾ ਦੁਨੀਆ ਦਾ ਜਿਹੜਾ ਹੈ ਅਤੇ ਜਿਹੜਾ ਗਾਂਹ ਨੂੰ ਹੋਊਗਾ, ਉਹਦਾ ਹਰੇਕ ਦਾ ਹੱਲ ਹੋ ਸਕਦਾ ਔਰ ਸਹੀ ਹੋਊਗਾ। ਉਹਦੀ ਕੀਮਤ ਕਿੰਨੀ ਲੱਗਦੀ ਹੈ ਇਹ ਗੱਲ ਵੱਖਰੀ ਹੈ। ਉਹ 'ਚ ਮੁੜਕਾ ਡੁੱਲੂ ਕਿ ਖੂਨ ਡੁੱਲੂ ਕਿ ਹੰਝੂ ਡੁੱਲਣਗੇ, ਉਹ ਇੱਕ ਅਲੱਗ ਮਸਲਾ ਹੈ। ਪਰ ਸਾਡੀ ਸਮਝ ਸਹੀ ਤਾਂ ਹੋਊਗੀ ਜੇ ਅਸੀਂ ਦੋਨਾਂ 'ਤੇ ਧਿਆਨ ਰੱਖਦੇ ਹਾਂ। ਇਹ ਦੁਨੀਆ ਮੰਨਦੀ ਹੈ ਕਿ ਬੰਦਾ ਜੋ ਖਾਂਦਾ ਉਹਦੇ ਹਿਸਾਬ ਨਾਲ ਸੋਚਦਾ। ਦੂਜਾ, ਉਹਦੇ ਅੰਦਰ ਜੋ ਸ਼ਬਦ ਜਾ ਰਹੇ ਨੇ ਉਹ ਉਹਦੇ ਹਿਸਾਬ ਨਾਲ ਕਰਦਾ ਹੈ। ਸਾਡੇ ਅਮਲ ਸਾਡੇ ਸੁਣੇ ਹੋਏ ਸ਼ਬਦਾਂ ਨਾਲ ਤੈਅ ਹੁੰਦੇ ਨੇ, ਸਾਡੀ ਸੋਚ ਸਾਡੇ ਖਾਧੇ ਨਾਲ ਤੈਅ ਹੁੰਦੀ ਹੈ। ਅਸੀਂ ਬਿਮਾਰੀ ਦਾ ਹੱਲ ਕਰਨਾ ਹੈ, ਆਪਦੇ ਬੱਚੇ ਦੇ ਰੁਜ਼ਗਾਰ ਦਾ ਹੱਲ ਕਰਨਾ ਹੈ, ਆਪਦੇ ਪਿੰਡ ਦੀ ਮੁਸ਼ਕਲ ਦਾ ਹੱਲ ਕਰਨਾ ਹੈ। ਅਸੀਂ ਕੋਈ ਲੋਕਾਂ ਦਾ ਭਲਾ ਚਾਹੁੰਦੇ ਹਾਂ, ਚਿੜੀ ਜਨੌਰ ਦਾ ਭਲਾ ਚਾਹੁੰਦੇ ਹਾਂ। ਸਾਰੇ ਥਾਂ ਦੋ ਹੀ ਅਸੂਲ ਨੇ ਕਿ ਅਸੀਂ ਖਾ ਪੀ ਕੀ ਰਹੇ ਹਾਂ, ਅਸੀਂ ਸੁਣ ਪੜ੍ਹ ਕੀ ਰਹੇ ਹਾਂ। ਅਤੇ ਪਹਿਲਾਂ ਇਹ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ। ਇੱਕ ਬੇਨਤੀ ਕਿ ਜਿਹੜੀ ਕੋਈ ਮਾੜੀ ਗੱਲ ਹੈ, ਪਹਿਲੀ ਗੱਲ ਸੁਣਨੀ ਨਹੀਂ ਚਾਹੀਦੀ, ਉਹਨੂੰ ਰੋਕ ਲਓ ਉੱਥੇ। ਜੇ ਸੁਣ ਲਈ, ਵੇਖ ਲਈ ਤਾਂ ਉਹਨੂੰ ਗਾਹਾਂ ਦੱਸੋ ਨਾ। ਠੀਕ ਵੀ ਭਾਈ ਸਭ ਦੀ ਇੱਜ਼ਤ ਢਕੀ ਦੀ ਹੈ। ਇਹ ਪਹਿਲਾ ਕੰਮ ਹੈ ਜਿਹਦੇ 'ਤੇ ਕੋਈ ਸਰਕਾਰ ਸਾਨੂੰ ਮਾਰਦੀ ਕਟੌਦੀ ਨਹੀਂ, ਜਿਹਦੇ 'ਤੇ ਸਾਡਾ ਕੋਈ ਖਰਚ ਨਹੀਂ ਹੈ, ਜਿਹਦੇ 'ਤੇ ਸਾਡਾ ਕੋਈ ਜ਼ੋਰ ਨਹੀਂ ਲੱਗਣਾ। ਬੰਦੇ ਮੱਥ ਲੈਣ ਕਿ ਮੈਂ ਦਿਹਾੜੀ 'ਚ ਇੱਕ ਖਬਰ ਮਾੜੀ ਜ਼ਰੂਰ ਰੋਕਣੀ ਹੈ, ਜੇ ਮੈਨੂੰ ਸੁਣ ਗਈ ਦੱਸੂਗਾ ਨਹੀਂ। ਇਹਨੇ ਨਾਲ ਤੁਹਾਡੀ ਜ਼ਿੰਦਗੀ 'ਚ, ਤੁਹਾਡੇ ਸਾਰੇ ਅਮਲ 'ਚ ਫਰਕ ਪੈ ਜਾਏਗਾ। ਇਹ ਵੀ ਇੱਕ ਸੇਵਾ ਹੈ ਜੇ ਅਸੀਂ ਇਹ ਗੱਲ ਰੋਕ ਲਈਏ, ਕਿਉਂਕਿ ਜਿਹੜਾ ਪੰਜਵਾਂ ਸਾਧਨ ਹੈ ਸੂਚਨਾ ਦਾ, ਉਹਦੀ ਬੁਨਿਆਦ ਹੀ ਇੱਥੇ ਖੜ੍ਹੀ ਹੈ ਕਿ ਬੰਦੇ ਦੇ ਮਨ 'ਚ ਇੱਕ ਸਦੀਵੀ ਬਰਿਆਈ ਹੈ। ਉਹ ਬਰਿਆਈ ਨੂੰ ਵੱਧ ਵੇਖਦਾ ਹੈ, ਉਹਨੂੰ ਵੱਧ ਫੈਲਾਉਂਦਾ ਹੈ। ਇਹ ਕੀਤਾ ਹੋਇਆ ਤਜਰਬਾ ਹੈ ਫੇਸਬੁੱਕ ਦੇ ਉੱਤੇ। 1 ਲੱਖ ਬੰਦੇ 'ਤੇ ਤਜਰਬਾ ਕੀਤਾ 1 ਸਾਲ ਵਾਸਤੇ, 5000 ਮਨੋਵਿਗਿਆਨੀ ਲਾ ਕੇ। ਉਹਨਾਂ ਨੇ ਨਤੀਜਾ ਇਹੀ ਕੱਢਿਆ ਕਿ ਲੋਕ ਮਾੜੀ ਗੱਲ ਨੂੰ ਵੱਧ ਵੇਖਦੇ ਹੈ, ਉਹਨੂੰ ਵੱਧ ਫੈਲਾਉਂਦੇ ਹੈ। ਅਤੇ ਸਾਡੇ ਘਰ, ਸਾਡੀ ਪਰੰਪਰਾ 'ਚ ਇਹ ਅਸੂਲ ਹੈ ਕਿ ਬੁਰੀ ਗੱਲ ਗਾਂਹ ਕਰਨੀ ਨਹੀਂ ਹੈ। ਅਸੀਂ ਇੰਨਾ ਕੰਮ ਕਰਦੇ ਹਾਂ ਤਾਂ ਸਾਡੀ ਜਿਹੜੀ ਕੋਈ ਵੀ ਮੁਸ਼ਕਲ ਹੈ ਉਹਦੇ ਹੱਲ ਦਾ ਪਹਿਲਾ ਕਾਰਨ ਹੈ। ਦੂਜਾ ਵੀ ਜਦੋਂ ਅਸੀਂ ਕਿਸੇ ਚੀਜ਼ ਦੇ ਹੱਲ ਵੱਲ ਜਾਂਦੇ ਹਾਂ ਤਾਂ ਅਸੀਂ ਉਹਨੂੰ ਕਿੱਦਾਂ ਵੇਖਦੇ ਹਾਂ। ਮੈਂ ਇਹਦੀ ਮਿਸਾਲ ਕਈ ਥਾਂ ਦਿੰਦਾ ਕਿ ਜਾਪਾਨ ਅਤੇ ਅਮਰੀਕਾ 'ਚ ਇੱਕੋ ਵੇਲੇ ਦੋ ਤਰ੍ਹਾਂ ਦੀ ਮੁਸ਼ਕਲ ਆਈ। ਇੱਕ ਤਾਂ ਭੁਚਾਲ ਆ ਗਿਆ, ਇੱਕ ਤਾਂ ਤੂਫਾਨ ਆ ਗਿਆ। ਤਾਂ ਬੰਦਿਆਂ ਨੇ TV 'ਚ ਦਿਖਾਈ ਇਹ ਗੱਲ। ਉਹ ਅਮਰੀਕਾ 'ਚ ਬੰਦੇ ਨੂੰ ਪੁੱਛਿਆ ਵੀ ਕੀ ਹੋਇਆ, ਉਹ ਗਾਲਾਂ ਕੱਢਣ ਲੱਗ ਗਿਆ, ਸਰਕਾਰ ਨਿਕੰਮੀ ਹੈ, ਕੁਛ ਕਰਦੀ ਨਹੀਂ ਹੈਗੀ, ਆਹ ਦੇਖ ਲੈ ਸੜਕਾਂ ਟੁੱਟੀਆਂ ਪਈਆਂ, ਆਹ ਇੱਦਾਂ ਹੋਇਆ ਪਿਆ, ਆਹ ਦੇਖੋ ਗੰਦਗੀ ਪਈ ਹੈ ਜੀ। ਦੂਜੇ ਪਾਸੇ ਉਹਨਾਂ ਨੇ ਜਾਪਾਨ ਦਾ ਬੰਦਾ ਦਿਖਾਇਆ ਵੀ ਉਹ ਦੁਕਾਨ 'ਤੇ ਸਮਾਨ ਲੈਣ ਗਿਆ, ਸਮਾਨ ਹੈ ਹੀ ਨਹੀਂ ਸੀਗਾ। ਉਹਨੂੰ ਕਹਿੰਦਾ ਵੀ ਮੈਂ ਸਮਾਨ ਲੈਣ ਆਇਆ ਸੀ, ਮੇਰਾ ਕੋਈ ਇਰਾਦਾ ਨਹੀਂ ਕਿ ਮੈਂ ਤੇਰੀ ਬੇਇੱਜ਼ਤੀ ਕਰਾਂ। ਉਹਨੂੰ ਪੁੱਛਿਆ ਪੱਤਰਕਾਰ ਨੇ ਵੀ ਤੁਹਾਡੇ ਮੁਲਕ 'ਚ ਸਾਰਾ ਕੁਛ ਟੁੱਟਿਆ ਭੱਜਿਆ ਪਿਆ, ਤੂੰ ਕੀ ਕਹਿਣਾ ਚਾਹੁੰਦਾ? ਉਹ ਕਹਿੰਦਾ ਕੋਈ ਨਹੀਂ ਜੀ, ਇਹ ਸਾਡਾ ਹੀ ਸੀਗਾ, ਖਰਾਬ ਹੋ ਗਿਆ, ਅਸੀਂ ਫਿਰ ਬਣਾ ਲਾਂਗੇ। ਬੰਦਿਆਂ ਦਾ ਗੱਲ ਬਾਰੇ ਨਜ਼ਰੀਆ। ਸਰਕਾਰ ਨੇ 10 ਸਾਲ ਲਾ ਕੇ ਸਾਡਾ ਕਈ ਹਜ਼ਾਰ ਬੰਦਾ ਮਾਰਿਆ। ਸਾਡੇ ਬੰਦੇ ਹਜੇ ਤੱਕ ਕਹੀ ਜਾਂਦੇ ਆ ਸਾਡਾ ਬਹੁਤ ਨੁਕਸਾਨ ਹੋ ਗਿਆ ਜੀ, ਸਾਡਾ ਬਹੁਤ ਨੁਕਸਾਨ ਹੋ ਗਿਆ। ਇਤਿਹਾਸ ਕੀ ਪੜ੍ਹਦੇ ਹਾਂ? ਵੱਡੇ ਘੱਲੂ ਘਾਰੇ ਵੇਲੇ ਅੱਧਾ ਖਾਲਸਾ ਪੰਥ ਇੱਕੋ ਦਿਨ ਜੰਗ ਸ਼ਹੀਦ ਹੋ ਗਿਆ। ਆਥ ਨੇ ਉਹਨਾਂ ਨੇ ਅਰਦਾਸ ਕੀਤੀ ਕਿ ਤਤ ਖਾਲਸਾ ਰਹਿ ਗਏ ਹੋ ਜੀ। ਮਤਲਬ ਉਹ ਦੁਪਹਿਰ ਦਾ ਦੁੱਖ ਆਥਣ ਨੂੰ ਭੁੱਲ ਗਏ। ਇੱਕ ਇਹ ਤਰੀਕਾ ਹੈ ਵੀ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਉਹਨੂੰ ਵੇਖਣਾ ਕਿਵੇਂ। ਹੁਣ ਮੈਂ ਕਈ ਥਾਂ ਬੰਦਿਆਂ ਨੂੰ ਮਿਲਿਆ, ਉਹ ਮਤਲਬ ਜਿਨ੍ਹਾਂ ਨੇ ਸਰਕਾਰ ਬਣਾਈ ਸੋਚਦੇ ਵੀ ਅਸੀਂ ਬਣਾਈ ਆ, ਹੁਣ ਕਹਿੰਦੇ ਸਰਕਾਰ ਮਾੜੀ ਬਣ ਕੇ ਗਾਲਾਂ ਕੱਢੀ ਜਾਂਦੇ ਨੇ। ਜੋ ਹੁਣ ਬਰਿਆਈ ਕਰਨੀ ਹੈ ਇਹ ਸਾਡਾ ਕੀ ਸਵਾਰੂਗੀ? ਕੋਈ ਸਵਾਰ ਨਹੀਂ ਸਕਦੀ। ਸਾਡਾ ਸਮਾਂ ਖਰਾਬ ਕਰ ਰਹੀ ਹੈ, ਉਹ ਸਮਾਂ ਜਿਹੜਾ ਸਾਡੇ ਸਾਰਿਆਂ ਕੋਲ ਬਰਾਬਰ ਹੈ।
ਸਮਾਂ ਸਾਨੂੰ ਸਭ ਦੇ ਬਰਾਬਰ ਕਰ ਰਿਹਾ, ਅਸੀਂ ਉਹ ਕਿਉਂ ਗਵਾਈਏ? ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਨਾ ਕਿ ਸਾਸ ਸਾਸ ਸਿਮਰੋ ਗੋਬਿੰਦ, ਠੀਕ ਹੈ। ਇੱਕ ਉਹ ਪੱਖ ਹੈ। ਦੂਜਾ ਪੱਖ ਇਹ ਹੈ, ਜੇ ਰੱਬ ਦਾ ਨਾਂ ਨਹੀਂ ਵੀ ਲੈਣਾ, ਘੱਟੋ ਘੱਟ ਲੋਕਾਂ 'ਚ ਬਹਿ ਕੇ ਬਰਿਆਈ ਨਹੀਂ ਕਰਨੀ ਚਾਹੀਦੀ। ਸਾਨੂੰ ਕੋਈ ਜੇ ਚੰਗੀ ਗੱਲ ਨਹੀਂ ਆਉਂਦੀ ਤਾਂ ਚੁੱਪ ਭਲੀ ਹੈ। ਇਹ ਤੀਜੀ ਗੱਲ ਜਿਹੜੀ ਮੈਂ ਆਪਣੀ ਮੁਕਾਉਣ ਵਾਸਤੇ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇੱਕ ਹੱਲ ਹੁੰਦਾ ਹੈ ਡੰਗ ਟਪਾਊ, ਇੱਕ ਹੁੰਦਾ ਪੱਕਾ। ਵੀ ਜਿੱਦਾਂ ਸਾਡੀ ਕੋਈ ਜਾੜ ਦੁਖਦੀ ਆ, ਅਸੀਂ ਡਾਕਟਰ ਨੂੰ ਕਹਿੰਦੇ ਵੀ ਇੱਕ ਵਾਰੀ ਬਸ ਕਿਹਾ ਰਾਤ ਲੰਘਾ ਦੇ, ਕੱਲ੍ਹ ਨੂੰ ਫਿਰ ਸ਼ਹਿਰ ਵਗ ਜਾਂਗੇ। ਤਾਂ ਜਦੋਂ ਹੱਲ ਆਪਦੇ ਨਾਲ ਸੰਬੰਧਿਤ ਹੈ ਉਦੋਂ ਕੱਚਾ ਚੱਲ ਜਾਂਦਾ, ਜਦੋਂ ਸਾਂਝਾ ਹੈ ਉਦੋਂ ਕੱਚਾ ਨਹੀਂ ਚੱਲਦਾ ਹੁੰਦਾ। ਉਹਦੇ ਕੱਚੇ ਹੱਲ ਕਰਨੇ ਨਹੀਂ ਚਾਹੀਦੇ ਹੁੰਦੇ। ਅਤੇ ਸਾਡੇ ਜਿਹੜੇ ਬਹੁਤੀਆਂ ਮੁਸ਼ਕਿਲਾਂ ਨੇ ਉਹ ਸਾਡੇ ਕੱਚੇ ਹੱਲਾਂ 'ਚ ਆਈਆਂ ਹੋਈਆਂ ਨੇ। ਵੀ ਯਾਰ ਕੋਈ ਨਹੀਂ, ਆਹ ਬਦਲ ਕੇ ਆਹ ਨੇਤਾ ਚੁਣ ਲਓ, ਆਹ ਸਰਪੰਚ ਹਟਾ ਕੇ ਉਹਨੂੰ ਲਾ ਲਓ, ਆਹ ਬਾਬਾ ਹਟਾ ਕੇ ਉਹਨੂੰ ਲਾ ਲਓ। ਇੱਦਾਂ ਜਦੋਂ ਕੁਛ ਬਦਲਦਾ ਨਹੀਂ ਹੈ, ਕਿਉਂ ਨਹੀਂ ਬਦਲਦਾ? ਕਿਉਂਕਿ ਇਹ ਹੱਲ ਕੱਚਾ ਹੈ। ਪੱਕੇ ਹੱਲ ਨੂੰ ਬੰਦੇ ਨੂੰ ਆਪਦੇ ਪਿੱਛੇ ਵੱਲ ਦੇਖਣਾ ਪੈਂਦਾ ਵੀ ਜੇ ਭਾਈ ਇਹ ਤਰੀਕਾ ਇੱਕ ਵਾਰੀ ਵੀ ਸਹੀ ਨਹੀਂ ਹੈ, 2 ਵਾਰੀ ਵੀ ਸਹੀ ਨਹੀਂ ਹੈ, 10 ਵਾਰੀ ਵੀ ਸਹੀ ਨਹੀਂ ਹੈ, ਫਿਰ ਬੰਦਾ ਕਿਉਂ ਬਦਲੋ ਜੀ? ਤਰੀਕਾ ਬਦਲੋ। ਫਿਰ ਇਹੀ ਹੈ ਨਾ। ਫਿਰ ਇਹ ਇੱਕ ਪੱਖ ਹੈ ਦਾ। ਦੂਜਾ ਕਿ ਜਦੋਂ ਕੁਛ ਵਾਪਰ ਜਾਂਦਾ ਕਿਤੇ, ਉਹਦੇ 'ਚ ਬੰਦਾ ਨੁਕਸਾਨ ਦੀ ਜ਼ਿੰਮੇਵਾਰੀ ਕਿੰਨੀ ਲੈਂਦਾ ਆਪਦੇ ਸਿਰ 'ਤੇ, ਇਹ ਗੱਲ ਫਰਕ ਪਾਉਂਦੀ ਹੈ। ਜਿੱਥੇ ਜਿੰਨੇ ਜ਼ਿਆਦਾ ਬੰਦੇ ਆਪਦੇ ਸਿਰ 'ਤੇ ਨੁਕਸਾਨ ਝੱਲਣ ਲਈ ਤਿਆਰ ਨੇ, ਉੱਥੇ ਮੁਸ਼ਕਿਲਾਂ ਦਾ ਹੱਲ ਓਨਾ ਹੀ ਸੌਖਾ ਹੁੰਦਾ ਹੈ। ਤੁਹਾਡੇ ਨੇੜੇ ਇੱਕ ਪਿੰਡ ਹੈ ਇੱਥੇ ਭੰਮੇ, ਬਹੁਤ ਸਾਲ ਪਹਿਲਾਂ ਉੱਥੇ ਇੱਕ ਚੇਅਰਮੈਨ ਮਾਰਤਾ ਲੋਕਾਂ ਨੇ। ਉਹ ਪੁਲਿਸ ਆਈ, ਸਾਰਾ ਪਿੰਡ ਕਹੇ ਮੈਂ ਮਾਰਿਆ ਮੈਂ ਮਾਰਿਆ, ਕੁਛ ਬਣਿਆ ਨਹੀਂ ਪਰਚੇ ਦਾ। ਇਹ ਇੱਕ, ਮੈਂ ਨਹੀਂ ਕਹਿੰਦਾ ਉੱਦਾਂ ਕਰੋ, ਮੈਂ ਸਿਰਫ ਮਿਸਾਲ ਦਿੱਤੀ ਹੈ ਵੀ ਜਦੋਂ ਮੁਸ਼ਕਿਲ ਝੱਲਣ ਲਈ ਹਰੇਕ ਬੰਦਾ ਤਿਆਰ ਹੈ ਤਾਂ ਮੁਸ਼ਕਿਲ ਬਹੁਤ ਛੋਟੀ ਹੋ ਜਾਂਦੀ ਹੈ। ਜੇ ਪਿੰਡ 'ਚ ਹਲਕਾ ਕੁੱਤਾ ਆਵੇ, ਕੋਈ ਮਾਰਨ ਲਈ ਮੂਹਰੇ ਜਾਂਦਾ ਹੀ ਨਹੀਂ, ਤਾਂ ਮੁਸ਼ਕਿਲ ਬਹੁਤ ਵੱਡੀ ਹੋ ਜਾਂਦੀ ਹੈ। ਸਾਰੇ ਪਿੰਡ ਦੇ ਬੂਹੇ ਬੰਦ ਹੋ ਜਾਂਦੇ। ਫਿਰ ਵੀ ਇਹ ਕਿਸੇ ਗੱਲ ਦੇ ਹੱਲ ਪ੍ਰਤੀ ਸਾਡੇ ਸੁਭਾਅ ਦਾ ਹਿੱਸਾ ਦੇ ਕਿ ਸੇਵਾ ਲਈ ਬੰਦਾ ਕਿਵੇਂ ਤਿਆਰ ਹੁੰਦਾ। ਅਤੇ ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਮੈਂ ਸ਼ੁਰੂ ਕਰੀ ਗੱਲ ਆਪਣੀ ਬੋਲੀ ਵਾਲੀ, ਉਹ ਇਸ ਕਰਕੇ ਹੈ ਕਿ ਅਸੀਂ ਜੇ ਅੱਜ ਆਪਦੇ ਧੀਆਂ ਪੁੱਤਾਂ ਨੂੰ ਸ਼ਬਦ ਦਿੰਦੇ ਹਾਂ ਆਪਦੇ, ਤਾਂ ਉਹ ਕੱਲ੍ਹ ਨੂੰ ਜ਼ਿੰਮੇਵਾਰੀਆਂ ਝੱਲਣਗੇ ਜੀ। ਜੇ ਮੁਸ਼ਕਿਲ ਪੈ ਗਈ ਉਹ ਖਿੜੇ ਮੱਥੇ ਝੱਲਣਗੇ। ਠੀਕ, ਬੰਦ ਬੰਦਾ ਆਪਦੀ ਜਿੱਦ ਨਾਲ ਨਹੀਂ ਕਟਾ ਸਕਦਾ। ਉਹਦੇ ਅੰਦਰ ਰੱਬ ਦਾ ਸ਼ਬਦ ਦਿਖਦਾ, ਉਹਦੇ ਅੰਦਰ ਵਿਰਾਸਤ ਆਉਂਦੀ ਹੈ, ਤਾਂ ਉਹ ਹੱਸ ਕੇ ਦੁੱਖ ਨੂੰ ਝੱਲ ਸਕਦਾ ਹੈ। ਜਿਹੜੀ ਰੱਬ ਦੀ ਮਿਹਰ ਦੀ ਗੱਲ ਹੈ ਉਹ ਸਭ ਤੋਂ ਸਿਖਰ 'ਤੇ ਹੈ, ਪਰ ਉਹ ਤੋਂ ਬਿਨਾਂ ਅਸੀਂ ਜੋ ਕਰ ਸਕਦੇ ਹਾਂ ਉਹ ਸਭ ਤੋਂ ਜ਼ਰੂਰੀ ਅਤੇ ਘੱਟੋ ਘੱਟ ਸ਼ਬਦਾਂ ਦੀ ਖੇਡ ਹੈ। ਉਦੋਂ ਅੱਗੇ ਕਿਸੇ ਚੀਜ਼ ਨਾਲ ਕਿਵੇਂ ਵਿਹਾਰ ਕਰਨਾ ਹੈ ਉਹਦੀ ਆਦਤ ਬਣਾਉਣ ਦੀ ਗੱਲ ਹੈ। ਜਿੱਥੇ ਕੋਈ ਮੁਸ਼ਕਿਲ ਹੈਗੀ ਹੈ ਉਹ 'ਚ ਬੰਦਾ ਕਿੰਨੀ ਹਿੱਸੇਦਾਰੀ ਲੈਂਦਾ ਬਿਨਾਂ ਮਸ਼ਹੂਰੀ ਤੋਂ, ਕਿਉਂਕਿ ਜੋ ਗੁਰੂ ਘਰ ਦੀ ਪਰੰਪਰਾ ਹੈ, ਇੱਥੇ ਹਰੇਕ ਕੰਮ ਅਖੀਰ ਨੂੰ ਸੇਵਾ ਹੈ। ਜੋੜੇ ਝਾੜੋ, ਭਾਂਡੇ ਮਾਂਜੋ, ਪੱਖਾ ਝੱਲੋ, ਤਲਵਾਰ ਚੱਕ ਕੇ ਸਿਰ ਲੈਣ ਜਾਓ ਸੇਵਾ, ਆਪਦਾ ਸਿਰ ਦੇਣ ਜਾਓ ਸੇਵਾ। ਅਤੇ ਸਾਡੇ ਜਿਹੜੀ ਬਹੁਤੀ ਮੁਸ਼ਕਿਲ ਸਾਨੂੰ ਲੋਕਾਂ ਨੂੰ ਲੱਗਦਾ ਕਿ ਰਾਜਨੀਤੀ ਮਾੜੀ ਹੋ ਗਈ, ਅਫਸਰ ਮਾੜੇ ਹੋ ਗਏ। ਨਹੀਂ, ਇੱਕ ਅੱਧਾ ਬੰਦਾ ਮਾੜਾ ਹੋਵੇ ਤਾਂ ਹੋਰ ਗੱਲ ਹੁੰਦੀ ਹੈ। ਜਦੋਂ ਲੱਖਾਂ ਹਜ਼ਾਰਾਂ ਬੰਦੇ ਇੱਕੋ ਜਿਹਾ ਵਿਹਾਰ ਕਰਦੇ ਆ ਤਾਂ ਤਰੀਕਾ ਮਾੜਾ ਹੈ। ਉਹਨਾਂ ਦੇ ਉੱਤੇ ਚੁਣਨ ਦਾ ਤਰੀਕਾ ਮਾੜਾ ਹੈ। ਸਭ ਤਾਂ ਧਿਆਨ ਦੇ ਕੇ ਦੇਖੋ ਕਿ ਜਦੋਂ ਮੁਗਲਾਂ ਨੇ ਸਿੱਖਾਂ ਨੂੰ ਨਵਾਬੀ ਪੇਸ਼ ਕੀਤੀ ਤਾਂ ਪੰਥ ਨੇ ਨਵਾਬੂ ਕਿਹਨੂੰ ਦਿੱਤੀ? ਜਿਹਦਾ ਦੁਬਾਰਾ ਸਾਨੂੰ ਨਹੀਂ ਦਿੱਤੀ, ਜਿਹੜਾ ਬਾਹਰ ਘੋੜਿਆਂ ਦੀ ਰਿੱਧ ਟਾਲਦਾ ਸੀ ਉਹਨੂੰ ਦਿੱਤੀ। ਉਹਨੂੰ ਚੁਣਿਆ ਗਿਆ, ਉਹ ਸਹੀ ਨਿਕਲਿਆ। ਬੰਦੇ ਦੀ ਨਿਰਮਾਣਤਾ, ਬੰਦੇ ਦੀ ਸੇਵਾ, ਬੰਦੇ ਦਾ ਆਪਾ ਬਾਰਨ ਦਾ ਭਾਵ ਉੱਥੋਂ ਜਦੋਂ ਤੈਅ ਹੁੰਦਾ, ਉੱਥੇ ਜਦੋਂ ਜ਼ਿੰਮੇਵਾਰੀ ਤੈਅ ਹੁੰਦੀ ਹੈ, ਉੱਥੇ ਬੰਦਾ ਮਿਟ ਜਾਊ
ਬੰਦਾ ਗਲਤ ਨਹੀਂ ਹੋ ਸਕਦਾ। ਅਤੇ ਅਸੀਂ ਜਿਨ੍ਹਾਂ ਦੇ ਮੇਲੇ ਲਾਉਂਦੇ ਹਾਂ ਨਾ, ਉਹ ਸਾਰੇ ਉਹੀ ਨੇ ਜਿਹੜੇ ਮਿਟ ਗਏ, ਗਲਤ ਨਾ ਹੋਏ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਸ਼ਬਦਾਂ ਰਾਹੀਂ, ਉਹਨਾਂ ਦੀ ਹਸਤੀ ਪੂਰਨ ਚੜ੍ਹੀ ਗੁਰੂ ਦੇ ਸ਼ਬਦ ਰਾਹੀਂ। ਬਸ ਇਸ ਕਰਕੇ ਜੋ ਮੁਸ਼ਕਿਲ ਹੈਗੀ ਉਹਨੂੰ ਸਮਝਣ ਦੇ ਵਿੱਚ, ਉਹਦੇ ਹੱਲ ਕਰਨ ਦੇ ਵਿੱਚ ਅੱਜ ਵੀ ਕੱਲ੍ਹ ਵੀ ਬੁਨਿਆਦੀ ਗੱਲ ਇਹੀ ਹੈ, ਜਿਹੜਾ ਸੂਖਮ ਭੋਜਨ ਹੈ ਸ਼ਬਦ ਦਾ, ਨਾਮ ਬਾਣੀ ਦੇ ਰੂਪ 'ਚ, ਇਤਿਹਾਸ ਦੇ ਰੂਪ 'ਚ, ਆਪ ਦੀ ਬੋਲੀ ਦੇ ਗਿਆਨ ਦੇ ਰੂਪ 'ਚ, ਉਹ ਸਭ ਤੋਂ ਅਹਿਮ ਹੈ। ਦੂਜਾ ਜਿਹੜਾ ਭੋਜਨ ਹੈ ਜੋ ਸਰੀਰ ਨੂੰ ਚਾਹੀਦਾ, ਅੰਨ ਪਾਣੀ ਹੈ, ਉਹ ਬਹੁਤ ਬੁਨਿਆਦੀ ਹੈ। ਸਾਨੂੰ ਅੰਦਾਜ਼ਾ ਇੱਥੇ ਹੈ ਕਿ 40 ਸਾਲ ਤੋਂ ਪਹਿਲਾਂ ਬਹੁਤ ਕੁਝ ਠੀਕ ਸੀ। ਆਹ ਇਲਾਕਾ ਚੁੱਬੜਾ ਮਤੀਰਿਆਂ ਦਾ ਸੀਗਾ, ਮੂੰਗੀ ਮੋਠਾਂ ਦਾ ਸੀ, ਉਹ ਸਾਨੂੰ ਪਚਦੇ ਸੀ, ਇੱਥੋਂ ਦੀ ਮਿੱਟੀ ਮੁਤਾਬਕ ਸੀਗੇ। ਅਖੀਰ ਨੂੰ ਹੁਣ ਅੱਜ ਨਹੀਂ ਤਾਂ ਕੱਲ੍ਹ ਸਾਡੇ ਤੋਂ ਜ਼ਮੀਨ ਖੋਹ ਕੇ ਬੀਜਣੇ ਇਹੀ ਨੇ ਅਗਲਿਆਂ ਨੇ। ਉਹਨਾਂ ਨੂੰ ਪਤਾ ਹੈ ਕਿ ਇਹ ਧਰਤੀ ਇਹਦੇ ਵਾਸਤੇ ਕੁਦਰਤ ਨੇ ਬਣਾਈ ਹੈ। ਜੇ ਤਾਂ ਸਾਨੂੰ ਸਮਝ ਆ ਗਈ ਤਾਂ ਵੀ ਠੀਕ ਹੈ, ਜੇ ਨਾ ਆਈ ਤਾਂ ਫਿਰ ਦੂਜੇ ਲੋਕ ਠੀਕ ਹੋ ਜਾਣਾ ਹੈ। ਦੂਜਿਆਂ ਨੂੰ ਤਾਂ ਆਈ ਖੜੀ ਹੈ ਕਿ ਦੁਨੀਆ 'ਚ ਸਭ ਤੋਂ ਬੁਨਿਆਦੀ ਗੱਲ ਜਿਹੜੀ ਸੰਸਾਰ ਦੀ ਰਾਜਨੀਤੀ ਹੈ ਉਹ 'ਚ ਭੋਜਨ ਹੈ। ਕਿਉਂਕਿ ਘਰੇ ਬੈਠੋ, ਚਾਹੇ ਕੰਮ 'ਤੇ ਜਾਓ, ਚਾਹੇ ਫੌਜੀ ਬਣੋ, ਚਾਹੇ ਭਾਈ ਬਣੋ, ਢਿੱਡ ਦਾ ਰੋਟੀ ਮੰਗਦਾ ਨਾ ਜੀ। ਇਹ ਤਾਂ ਸਭ ਨੂੰ ਚਾਹੀਦੀ ਹੈ ਨਾ ਜੀ। ਫਿਰ ਜਿਹਨੇ ਜਿਹੋ ਜਿਹਾ ਖਾਣਾ ਉਹਨੇ ਉਹੋ ਜਿਹਾ ਸੋਚਣਾ। ਇੱਕ ਬੰਦੇ ਨੇ ਅੱਜ ਤੋਂ 90 ਸਾਲ ਪਹਿਲਾਂ ਖੋਜ ਕੀਤੀ ਪੰਜਾਬ ਦੇ ਲੋਕਾਂ 'ਤੇ ਅਤੇ ਅਫਗਾਨਾਂ ਦੇ ਉੱਤੇ। ਦੂਜੇ ਪਾਸੇ ਉਹਨੇ ਬੰਗਾਲ ਅਤੇ ਬਿਹਾਰ ਦੇ ਬੰਦੇ ਨਹੀਂ, ਅਨਾਜ ਉਹਨੇ ਕਲਕੱਤੇ ਦੀ ਯੂਨੀਵਰਸਿਟੀ 'ਚ ਰੱਖ ਕੇ ਚੂਹਿਆਂ ਨੂੰ ਖਵਾਇਆ 1933 'ਚ। ਉਹ ਕਹਿੰਦਾ ਵੀ ਜਿਹੜਿਆਂ ਚੂਹਿਆਂ ਨੂੰ ਪੰਜਾਬ ਦਾ ਖਾਣਾ ਖਵਾਇਆ, ਅਫਗਾਨਿਸਤਾਨ ਦਾ ਖਾਣਾ ਖਵਾਇਆ, ਉਹ ਦੂਜਿਆਂ ਨੂੰ ਵੱਡੇ ਵੀ ਹੋਏ ਅਤੇ ਲੜਾਕੂ ਵੀ ਨਿਕਲੇ। ਜਿਹੜਿਆਂ ਨੂੰ ਉਹਨਾਂ ਦਾ ਖਵਾਇਆ ਦੂਜਿਆਂ ਦਾ, ਉਹ ਕਮਜ਼ੋਰ ਵੀ ਰਹੇ ਅਤੇ ਉਹ ਲੜੇ ਨਹੀਂ। ਉਹਨੇ ਇਹੀ ਨਤੀਜਾ ਕੱਢਿਆ ਕਿ ਲੋਕ ਕੀ ਖਾਂਦੇ ਨੇ ਉਹਨਾਂ ਦੇ ਸੁਭਾਅ 'ਤੇ, ਉਹਨਾਂ ਦੀ ਦੇਹ 'ਤੇ ਅਸਰ ਪਾਉਂਦਾ। ਇਹ ਜਾਨਵਰਾਂ 'ਤੇ ਹੈ, ਬੰਦੇ 'ਤੇ ਅਸਰ ਪਾਉਂਦੀ ਹੈ ਉਦੋਂ ਵੱਧ ਚੀਜ਼ ਸ਼ਬਦ। ਤਾਂ ਹੁਣ ਜੋ ਦੁਨੀਆ ਦਾ ਵਪਾਰ ਹੈ, ਜੋ ਦੁਨੀਆ ਦੀ ਰਾਜਨੀਤੀ ਹੈ, ਉਹ ਸਾਰੀ ਧਰਤੀ ਨੂੰ ਇੱਕ ਵਾਰੀ ਦੁਬਾਰੇ ਤੋਂ ਸਿੱਧਾ ਕਰਨ ਲੱਗੀ ਹੋਈ ਹੈ ਕਿ ਜਿੱਥੇ ਜੋ ਵਧੀਆ ਉਗਦਾ ਉਹਨੂੰ ਨੱਪ ਲਓ। ਦੁਨੀਆ 'ਚ 5 ਵੱਡੀਆਂ ਥਾਵਾਂ ਨੇ, ਉਹਨਾਂ 'ਚ ਪੰਜਾਬ ਇੱਕ ਹੈ। 100 ਸਾਲਾਂ ਬਾਅਦ ਧਰਤੀ ਦੇ ਉੱਤੇ ਬਹੁਤ ਥੋੜ੍ਹੀਆਂ ਥਾਵਾਂ 'ਤੇ ਅਨਾਜ ਹੁੰਦਾ ਰਹੂਗਾ, ਬਾਕੀ ਸਭ ਬੰਜਰ ਹੋ ਜਾਣੀ ਹੈ। ਸਾਨੂੰ ਪਤਾ ਇਹ ਲੱਗਦਾ ਕਿ ਪੰਜਾਬ ਬੰਜਰ ਹੋਣ ਲੱਗਿਆ, ਪਰ ਮੈਂ ਕਹਿੰਦਾ ਕਿ ਸਾਡੀ ਜ਼ਮੀਨ ਜੇ ਬੰਜਰ ਹੁੰਦੀ ਹੈ, ਇਹ 5-7 ਸਾਲਾਂ 'ਚ ਦੁਬਾਰੇ ਉੱਠ ਖੜੂਗੀ, ਉੱਤੋਂ ਬੰਜਰ ਹੋਊਗੀ, ਮਾੜੇ ਪਾਣੀ ਨਾਲ ਜਾਂ ਬਾਹਲੀ ਰੇਹ ਸਪਰੇਅ ਨਾਲ। ਇਹਦਾ ਤੱਤ ਨਹੀਂ ਮਰਨ ਲੱਗਿਆ। ਹਜ਼ਾਰਾਂ ਸਾਲ ਦਰਿਆ ਚੱਲਿਆ ਇੱਥੇ, ਤਾਂ 100 ਸਾਲਾਂ ਬਾਅਦ ਦੁਨੀਆ 'ਚ ਬਹੁਤ ਥੋੜ੍ਹੀਆਂ ਥਾਵਾਂ 'ਤੇ ਅਨਾਜ ਹੁੰਦਾ ਰਹੂਗਾ, ਗਰਮੀ ਬਹੁਤ ਵੱਧ ਜਾਊਗੀ। ਤਾਂ ਉਸ ਹਿਸਾਬ ਨਾਲ ਪੰਜਾਬ ਉਹ ਥਾਂ ਹੈ ਜਿਹੜੀ ਦੁਨੀਆ ਦਾ ਹਰੇਕ ਤਕੜਾ ਬੰਦਾ ਚਾਹੁੰਦਾ ਹੈ ਕਿ ਮੇਰਾ ਕਬਜ਼ਾ ਹੋਵੇ ਇੱਥੇ। ਸਾਡੇ ਜਵਾਕਾਂ ਨੂੰ ਬਾਹਰ ਆਈ ਨਹੀਂ ਮਿਲੀ ਜਾਂਦੀ, PR ਮਿਲ ਗਈ, ਗ੍ਰੀਨ ਕਾਰਡ ਮਿਲ ਗਿਆ, ਅਸੀਂ 2 ਵਾਰੀ ਜੰਮੇ ਹਾਂ। ਨਹੀਂ, ਉਹਨਾਂ ਨੇ ਇਹ ਧਰਤੀ ਛਡਾਉਣੀ ਹੈ। ਸਾਡੇ ਬੰਦਿਆਂ ਨੂੰ ਉੱਥੇ PR ਦੇਣੀ ਸਭ ਤੋਂ ਸਸਤੀ ਹੈ ਉਹਨਾਂ ਵਾਸਤੇ। ਉਹ ਬਰਫਾਂ 'ਚ ਭੱਠੀ 'ਚ ਪਕਾਉਣਗੇ, ਆਪੇ ਮਰ ਜਾਣਗੇ। 2 ਸਾਲਾਂ ਬਾਅਦ ਸਾਡੇ ਸਾਰਿਆਂ ਜਵਾਕ ਅੰਗਰੇਜ਼ੀ ਬੋਲਣਗੇ। ਸਾਡੀ ਗਿਣਤੀ ਵੀ ਖਤਮ, ਸਾਡਾ ਕਬਜ਼ਾ ਵੀ ਖਤਮ, ਸਾਡੀ ਪਛਾਣ ਵੀ ਖਤਮ। ਇਹ ਇੱਕ ਮੋਟਾ ਜਿਹਾ ਅੰਦਾਜ਼ਾ ਹੈ, ਔਰ ਇੱਦਾਂ ਹੋ ਹੀ ਜਾਂਦਾ। ਇਹ ਬਹੁਤ ਹੀ ਸਸਤਾ ਕੰਮ ਹੈ। ਜੇ ਇੱਥੋਂ ਬੰਦੇ ਉਜੜ ਕੇ ਆਪੇ ਵਗ ਜਾਣ, ਇਹ ਧਰਤੀ ਛੱਡ ਜਾਣ, ਉਹਨਾਂ ਨੂੰ ਕੋਈ ਮਾੜਾ ਨਹੀਂ ਹੈਗਾ। ਉਹਨਾਂ ਨੂੰ ਪਤਾ ਕਿ ਪਹਿਲਾਂ 1000 ਸਾਲ ਇਹਨਾਂ ਨੇ ਲਹੂ ਡੋਲਿਆ, ਧਰਤੀ ਨਹੀਂ ਛੱਡੀ। ਜੇ 4 ਰੁਪਈਆਂ ਬਦਲੇ ਛੱਡ ਜਾਣ, ਐਦੋਂ ਸਸਤਾ ਕੀ ਹੈ? ਰੁਪਈਏ ਤਾਂ ਸਰਕਾਰ ਹੀ ਛਾਪਦੀ ਹੈ ਨਾ, ਹੋਰ ਛਾਪ ਲੂਗੀ ਉਹ। ਮਸਲਾ ਇੱਕ ਭੋਜਨ ਦਾ, ਇੱਕ ਸ਼ਬਦਾਂ ਦਾ। ਤੁਸੀਂ ਆਪਣੇ ਸ਼ਬਦਾਂ ਨੂੰ, ਆਪ ਦੀ ਧਰਤੀ ਦੇ ਭੋਜਨ ਨੂੰ ਕਿੰਨਾ ਬਚਾ ਸਕਦੇ ਹੋ, ਓਨਾ ਕਿ ਸਾਡੇ ਕੋਲ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ, ਅਤੇ ਓਨੀ ਕਿ ਸਾਡੇ ਕੋਲ ਸਮਝ ਹੈ। ਬਾਕੀ ਉਹ ਰਾਜਨੀਤਿਕ ਪਾਰਟੀ ਮਾੜੀ ਹੈ, ਉਹ ਚੰਗੀ ਹੈ, ਐਵੇਂ ਨਾ ਕੱਪੜੇ ਖਿੱਚੋ ਇੱਕ ਦੂਜੇ ਦੇ, ਕੁਛ ਨਹੀਂ। ਇਹ ਮਦਾਰੀ ਦਾ ਤਮਾਸ਼ਾ ਹੈ।
ਉਹ ਬੰਦਾ ਮਾੜਾ ਹੈ, ਉਹ ਚੰਗਾ ਹੈ, ਬਾਹਲਾ ਫਰਕ ਨਹੀਂ ਪੈਣਾ। ਜੇ ਸਮਝ ਆਊਗੀ, ਜੇ ਤਰੀਕਾ ਸਹੀ ਹੋਊਗਾ, ਬੁਰਾ ਬੰਦਾ ਵੀ ਪੁੱਠਾ ਕੰਮ ਨਹੀਂ ਕਰ ਸਕਦਾ। ਠੀਕ। ਹੋਲੇ ਮਹੱਲੇ 'ਤੇ ਅਸੀਂ ਦੇਖਿਆ 5-7 ਜੇਬ ਕਤਰੇ ਫੜੇ ਗਏ। ਉਹਨੂੰ ਪੁੱਛਿਆ ਤੂੰ ਜੇਬ ਕੱਟੀ ਹੈ? ਹਾਂਜੀ। ਭਾਵੇਂ ਕਿ ਚੋਰ ਸੀ, ਚੋਰੀ ਕਰਦੇ ਸੀ, ਪਰ ਗੁਰੂ ਘਰ ਦੇ ਹੋਣ ਦਾ ਇੰਨਾ ਅਸਰ ਹੈ ਵੀ ਉਹ ਪਹਿਲੇ ਹੱਟੇ ਮੰਨ ਗਏ। ਕਿਉਂ? ਕਿਉਂਕਿ ਉਹ ਥਾਂ ਸਹੀ ਹੈ। ਉਹਨੂੰ ਪਤਾ ਕਿ ਇੱਥੇ ਸਾਰੇ ਸਹੀ ਤਰੀਕੇ ਆਏ ਹੋਏ ਨੇ। ਜੇ ਸਾਡਾ ਤਰੀਕਾ ਸਹੀ ਹੋਵੇ, ਜੇ ਸਾਡਾ ਖਾਣ ਪੀਣ ਸਹੀ ਹੋਊ, ਜੇ ਸਾਡੇ ਸ਼ਬਦ ਸਹੀ ਹੋਣਗੇ, ਕੁਛ ਗਲਤ ਹੋਣ ਦੀ ਸੰਭਾਵਨਾ ਬਹੁਤ ਥੋੜ੍ਹੀ ਹੈ। ਜੇ ਹੋਊਗਾ ਅਸੀਂ ਝੱਲਣ ਦੇ ਯੋਗ ਵੀ ਹੋਵਾਂਗੇ। ਐਂ ਨਹੀਂ ਰੋਵਾਂਗੇ ਲੱਤ ਦੁਖਦੀ ਹਾਏ, ਪੁਲਿਸ ਆ ਗਈ ਹਾਏ। ਠੀਕ। ਇਹ ਕੋਈ ਜ਼ਿੰਦਗੀ ਨਹੀਂ ਹੈਗੀ। ਅਤੇ ਇੱਥੋਂ ਭੱਜ ਕੇ ਉਹ ਉੱਥੇ ਵਗ ਗਏ, ਉੱਥੇ ਕਿਹੜਾ ਮੌਤ ਨਹੀਂ ਆਊ, ਉੱਥੇ ਕਿਹੜਾ ਬਿਮਾਰੀ ਨਹੀਂ ਆਊ, ਉੱਥੇ ਕਿਹੜਾ ਬੇਇੱਜ਼ਤੀ ਨਹੀਂ ਹੋਊ। ਠੀਕ ਹੈ ਨਾ। ਸਭ ਤੋਂ ਇੱਕੋ ਜਿਹੀ ਮੁਸ਼ਕਿਲ ਹੈ। ਭੱਜਿਆਂ ਦਾ ਕੋਈ ਹੱਲ ਨਹੀਂ ਹੈਗਾ। ਹਾਂ, ਹੱਲ ਕਰਨ ਦੇ ਕਿਵੇਂ ਯੋਗ ਬਣਦੇ ਹੋ ਅਤੇ ਕਿੰਨੇ ਇਰਾਦੇ ਨਾਲ ਕਰਦੇ ਆ, ਅਖੀਰ ਨੂੰ ਗੱਲ ਇੱਥੇ ਮੁੱਕਦੀ ਹੈ। ਅਤੇ ਮੇਰੀ ਗੱਲ ਵੀ ਇੱਥੇ ਮੁੱਕਦੀ ਹੈ। ਭੁੱਲਾਂ ਚੁੱਕਾਂ ਲਈ ਖਿਮਾ। ਜੋ ਗੱਲ ਸਹੀ ਲੱਗੀ ਉਹ ਗੁਰੂ ਦੀ ਹੈ, ਸਾਡੀ ਪਰੰਪਰਾ ਦੀ ਹੈ। ਜੋ ਗਲਤ ਹੈ ਉਹ ਮੇਰੀ ਹੈ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।